ਜਮਾਂ ਪ੍ਰਗਟ ਰੂਪ 'ਚ ਸਾਡੇ ਤੇ ਹਮਲਾ ਕਰ ਦਿੱਤਾ ਗਿਆ ਵੀ ਸਾਡੀਆਂ ਜ਼ਮੀਨਾਂ ਤੇ ਵੀ ਕਾਰਪੋਰੇਟ ਕਲਚਰ ਦਾ ਗਲਬਾ ਸਥਾਪਿਤ ਹੋ ਜਾਣਾ। ਇਹ ਪ੍ਰਗਟ ਰੂਪ 'ਚ ਸਾਡੇ ਸਾਹਮਣੇ ਆ ਗਿਆ, ਜਿਹਨੂੰ ਇੰਡੀਅਨ ਸਟੇਟ ਕਹਿ ਰਹੀ ਹੈ। ਨਹੀਂ, ਇਹ ਤਾਂ ਕਿਸਾਨਾਂ ਦੇ ਹਿੱਤ 'ਚ ਹੈ, ਤਾਂ ਪ੍ਰੋ ਫਾਰਮਰ। ਮੁਕੰਮਲ ਤੌਰ ਤੇ ਧਰਤੀ ਦੇ ਲਾਗੂ ਹੋ ਗਏ ਕਾਨੂੰਨ, ਬਿਲਕੁਲ ਅਮਲੀ ਰੂਪ ਇਹਨਾਂ ਨੇ ਲੈ ਲਿਆ। ਇਹ ਕਹਿੰਦੇ ਨੇ ਕਿ ਕਿਸਾਨ ਜਿੱਥੇ ਮਰਜ਼ੀ ਫਸਲ ਵੇਚ ਸਕਦਾ। ਪੰਜਾਬ ਦੇ ਵਿੱਚ ਇਹਨਾਂ ਦੀ ਕਿਸੇ ਨੇ ਫਸਲ, ਆਪਣੀ ਕਿਸਾਨਾਂ ਦੀ ਕਿਸੇ ਨੇ ਚੱਕਣੀ ਨਹੀਂ ਫਸਲ, ਤੇ ਦੂਜੇ ਸੂਬਿਆਂ ਨੇ ਕਹਿਣਾ ਸਾਡੇ ਇੱਥੇ ਵੜਨਾ ਨਹੀਂ। ਉਦੋਂ ਫਿਰ ਜਿਹੜੇ ਹਾਲਾਤ ਪੈਦਾ ਹੋਣਗੇ ਉਹ ਬੜੇ ਭਿਆਨਕ ਉਹਨਾਂ ਨੂੰ ਹੀ ਤਾਂ ਸੰਬੋਧਨ ਕਰ ਰਹੇ ਆ। ਪ੍ਰੋਟੈਸਟ ਕਾਹਦੇ ਖਾਤਰ ਹੋ ਰਿਹਾ? ਇਹ ਕਹਿ ਰਿਹਾ ਐਮਐਸਪੀ ਲਓ ਜੀ, ਕਹਿੰਦੇ ਸਰਕਾਰ ਕਹਿੰਦੀ ਐਮਐਸਪੀ ਲਓ। ਉਹਦਾ ਕੋਈ ਹੱਲ ਨਹੀਂ ਹੈ ਨਾ, ਲੜਾਈ ਐਮਐਸਪੀ ਦੀ ਨਹੀਂ ਹੈ। ਇਹ ਕਹਿ ਰਹੇ ਆ ਇੱਕ ਦੇਸ਼ ਇੱਕ ਮੰਡੀ, ਲੜਾਈ ਉਹ ਤਾਂ ਬਾਹਲੀ ਖਤਰਨਾਕ ਆ। ਬਿਲਕੁਲ ਲੌਜਿਸਟਿਕਸ ਦਾ ਕੀ ਕਰੋਗੇ ਤੁਸੀਂ? ਇੱਕ ਦੇਸ਼ ਇੱਕ ਮੰਡੀ, ਪਹਿਲਾਂ ਤਾਂ ਉਹਨਾਂ ਨੇ ਵੇਚਣ ਨਹੀਂ ਦੇਣੀ। ਮੰਨ ਲਓ ਵੇਚਣ ਦੇ ਵੀ ਦਿੰਦੇ ਆ, ਤਾਂ ਅਸੀਂ ਟਰਾਂਸਪੋਰਟੇਸ਼ਨ ਕਿੱਥੋਂ ਲੈ ਕੇ ਆਵਾਂਗੇ, ਸਟੋਰੇਜ ਕਿੱਥੋਂ ਲੈ ਕੇ ਆਵਾਂਗੇ, ਖਰਚਾ ਕਿਸਾਨ ਕਿਵੇਂ ਝੱਲੂਗਾ? ਕੀ ਇਹ ਹਮਲਾ ਜਿਹੜਾ ਇਹ ਪੰਜਾਬ ਦੀ ਇਕਨੋਮੀ ਤੇ ਇੱਕ ਹਮਲਾ ਕੇਂਦਰ ਵੱਲੋਂ ਕੀਤਾ ਗਿਆ ਹੈ, ਕਿ ਇਹ ਪੰਜਾਬ ਲਈ ਉਹ ਹਮਲਾ ਇਸ ਕਰਕੇ ਕਿ ਪੰਜਾਬ ਆਪਣੇ ਹੱਕਾਂ ਲਈ ਬੋਲਦਾ, ਆਪਣੇ ਹੱਕਾਂ ਦੀ ਗੱਲ ਕਰਦਾ? ਇਹਦੇ ਪਿੱਛੇ ਇੱਕ ਬਹੁਤ ਵੱਡੀ ਵਿਚਾਰਧਾਰਕ ਸੋਚ ਆ ਜੀ, ਉਹ ਇੱਕ ਸਟੇਟ ਦੀ ਸੋਚ ਆ ਜੀ, ਰੂਲਿੰਗ ਧਿਰ ਦੀ ਸੋਚ ਆ। ਇਸੇ ਤਰ੍ਹਾਂ ਜੇ ਸਾਡੀ ਵਿਚਾਰਧਾਰਕ ਸੋਚ 'ਚ ਵਖਰੇਵੇਂ ਆ ਜਾਂ ਅਸੀਂ ਕਹਿੰਦੇ ਆ ਵੀ ਸਾਡੀ ਵਿਲੱਖਣਤਾ, ਇਸ ਧਰਤੀ ਦੀ ਵਿਲੱਖਣਤਾ, ਸਾਡਾ ਫਲਸਫਾ ਵੱਖਰਾ, ਉਹਨੂੰ ਵੀ ਖਤਮ ਕਰੋ। ਪੰਜਾਬ ਤੇ ਇੰਨੇ ਮਾਰਾਂ ਪੈ ਚੁੱਕੀਆਂ ਨੇ, ਥੋੜੇ ਸਮੇਂ ਬਾਅਦ ਪੰਜਾਬ ਇੱਕ ਮਤਲਬ ਖਾਤਮੇ ਵੱਲ ਜਾ ਰਿਹਾ ਹੈ। ਇਸੇ ਕਦੋਂ ਇਹ ਠੱਲ ਪੈ ਸਕਦੀ ਹੈ? ਕਿਵੇਂ ਇਸ ਦਾ ਖਾਤਮਾ ਹੋ ਸਕਦਾ? ਕਦੋਂ ਪੰਜਾਬ ਸੁਤੰਤਰ ਹੋ ਕੇ ਆਪਣੇ ਪੈਰਾਂ ਤੇ ਖੜ ਸਕਦਾ? ਬਈ ਇਹਦਾ ਹੱਲ ਤਾਂ ਇੰਡੀਅਨ ਸਟੇਟ ਦੀ ਸੋਚ 'ਚ। ਤੁਸੀਂ ਸੰਘਰਸ਼ ਕਰ ਰਹੇ ਹੋ, ਕਿਸਾਨ ਜਥੇਬੰਦੀਆਂ ਹੋ ਗਈਆਂ, ਹੋਰ ਜਿਵੇਂ ਪੰਜਾਬ ਦੇ ਸੰਘਰਸ਼ ਕਰ ਰਹੇ ਨੇ, ਤਾਂ ਅੱਗੇ ਫਿਰ ਇਹ ਸੰਘਰਸ਼ ਕਿਸ ਰੂਪ ਦੇ ਵਿੱਚ ਲੜਿਆ ਜਾਵੇਗਾ? ਇੰਡੀਅਨ ਸਟੇਟ ਨਾਲ ਲੜਨਾ ਕੋਈ ਖਾਲਾ ਜੀ ਦਾ ਵਾੜਾ ਤਾਂ ਹੈ ਨਹੀਂ। ਸਾਨੂੰ ਤਰੀਕਾ ਸਲੀਕਾ ਲੱਭਣਾ ਪੈਣਾ, ਸਟ੍ਰੈਟਜੀਜ਼ ਬਣਾਉਣੀਆਂ ਪੈਣੀਆਂ। ਮੈਂ ਆਪਦੇ ਤੌਰ ਤੇ ਇੰਟੈਲੈਕਚੁਅਲ ਵਰਗ ਨਾਲ ਗੱਲ ਕਰਕੇ ਇਹਦੇ ਤੇ ਮੰਥਨ ਵੀ ਚੱਲ ਰਿਹਾ। ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ। ਦੋਸਤੋ, ਜਿਵੇਂ ਤੁਸੀਂ ਜਾਣਦੇ ਹੋ ਕਿ ਕੇਂਦਰ ਸਰਕਾਰ ਨੇ ਖੇਤੀ ਨਾਲ ਸੰਬੰਧਿਤ 3 ਆਰਡੀਨੈਂਸ ਪਾਸ ਕੀਤੇ ਨੇ। ਦਰਅਸਲ ਇਹਨਾਂ ਆਰਡੀਨੈਂਸਾਂ ਨੂੰ ਲੈ ਕੇ ਥਾਂ ਪੰਜਾਬ ਦੇ ਵਿੱਚ ਧਰਨੇ ਲੱਗ ਰਹੇ ਨੇ, ਇਹਨਾਂ ਦਾ ਵਿਰੋਧ ਹੋ ਰਿਹਾ ਹੈ। ਪਰ ਦਰਅਸਲ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਲੜਾਈ ਆਰਡੀਨੈਂਸਾਂ ਦੀ ਲੜਾਈ ਨਹੀਂ ਹੈ, ਇਹ ਲੜਾਈ ਕੋਈ ਐਮਐਸਪੀ ਦੀ ਲੜਾਈ ਨਹੀਂ ਹੈ। ਇਹ ਲੜਾਈ ਪੰਜਾਬ ਦੀ ਹੋਣ ਦੀ ਲੜਾਈ ਹੈ, ਪੰਜਾਬ ਦੀ ਹੋਣੀ ਦੀ ਲੜਾਈ ਹੈ। ਕਿਉਂਕਿ ਜੇਕਰ ਖੇਤੀ ਖਤਮ ਹੋ ਗਈ ਤਾਂ ਪਿੰਡ ਖਤਮ ਹੋ ਜਾਣਗੇ, ਪੰਜਾਬ ਖਤਮ ਹੋ ਜਾਊਗਾ। ਕਿਤੇ ਨਾ ਕਿਤੇ ਇਹਨਾਂ ਆਰਡੀਨੈਂਸਾਂ ਨਾਲ ਪੰਜਾਬ ਦੀ ਹੋਣ ਦੇ ਉੱਤੇ ਸਵਾਲ ਖੜੇ ਹੁੰਦੇ ਨੇ, ਉਹਨਾਂ 'ਤੇ ਹਮਲਾ ਹੁੰਦਾ, ਜੋ ਇਹਨੂੰ ਸਾਡੇ ਪੰਜਾਬ ਨੂੰ ਇੱਕ ਨਿਵਾਣ ਵੱਲ ਲੈ ਜਾਊਗਾ, ਇੱਕ ਖਾਤਮੇ ਵੱਲ ਪੰਜਾਬ ਨੂੰ ਲੈ ਕੇ ਚਲੇ ਜਾਊਗਾ। ਉਹ ਪੰਜਾਬ ਜੋ 1947 ਤੋਂ ਲੈ ਕੇ ਅੱਜ 2020 ਤੱਕ ਆਪਣੇ ਪਿੰਡੇ ਉੱਤੇ ਅੱਲੇ ਜ਼ਖਮ ਚੱਲਦੇ ਆਇਆ ਹੈ, ਤੇ ਉਹ ਜ਼ਖਮ ਸਾਡੇ ਪਿੰਡੇ ਉੱਤੇ, ਪੰਜਾਬ ਦੇ ਪਿੰਡੇ ਉੱਤੇ, ਪੰਜਾਬ ਦੇ ਵਸਨੀਕਾਂ ਉੱਤੇ, ਪੰਜਾਬ ਦੇ ਰਹਿਣ ਵਾਲੇ ਲੋਕਾਂ ਦੇ ਉੱਤੇ ਨਸੂਰ ਬਣ ਕੇ ਉਹ ਜ਼ਖਮ ਰਿਸਦੇ ਆ ਰਹੇ ਨੇ। ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੋਵੇਗਾ ਕਿ 25 ਸਤੰਬਰ ਨੂੰ ਧਰਨਾ ਲੱਗਿਆ ਸੀ ਸ਼ੰਭੂ ਬਾਰਡਰ 'ਤੇ। ਉਹ ਧਰਨਾ ਅਲੱਗ-ਅਲੱਗ ਉਹਦੇ ਵਿੱਚ ਨੌਜਵਾਨਾਂ ਦੀ ਵੀ ਸ਼ਮੂਲੀਅਤ ਸੀ, ਉਹਦੇ ਵਿੱਚ ਹੋਰ ਵੀ ਕਈ ਜਥੇਬੰਦੀਆਂ ਨੇ ਜੋ ਪੰਥ ਦਰਦੀ ਨੇ, ਲੋਕ ਦਰਦੀ ਨੇ, ਪੰਜਾਬ ਦਰਦੀ ਨੇ ਆ ਕੇ ਸ਼ਮੂਲੀਅਤ ਕੀਤੀ ਸੀ। ਉਹਦੇ ਵਿੱਚ ਇੱਕ ਨਾਮ ਸੀ ਬਾਈ ਦੀਪ ਸਿੱਧੂ ਦਾ। ਬਾਈ ਦੀਪ ਸਿੱਧੂ, ਤੁਸੀਂ ਹੁਣ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਦੇਖ ਰਹੇ ਹੋ ਕਿ ਬਾਈ ਬੋਲ ਰਿਹਾ ਹੈ ਪੰਜਾਬ ਦੇ ਹਿੱਤਾਂ ਲਈ, ਪੰਜਾਬ ਦੇ ਹੱਕਾਂ ਦੇ ਲਈ ਬਾਈ ਗੱਲ ਕਰ ਰਿਹਾ। ਅੱਜ ਸਾਡੇ ਨਾਲ ਬਾਈ ਮੌਜੂਦ ਨੇ, ਬਾਈ ਦੀਪ ਸਿੱਧੂ। ਬਾਈ ਜੀ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਹੈ? ਬਾਈ ਠੀਕ ਹੈ ਬਾਈ ਜੀ। ਬਾਈ ਜੀ, ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਜਿਹੜੇ ਸਰਕਾਰ ਨੇ 3 ਆਰਡੀਨੈਂਸ ਪਾਸ ਕੀਤੇ ਨੇ, ਇਹ ਕੋਈ ਦੇਖੋ 6 ਮਹੀਨੇ ਸਾਲ ਪਹਿਲਾਂ ਪੁਰਾਣੀ ਗੱਲ ਨਹੀਂ ਹੈ। 1992 ਤੋਂ ਇਹਨਾਂ ਦਾ ਇਹ ਚੱਲਿਆ ਆ ਰਿਹਾ ਹੈ। ਭਾਵੇਂ ਅੱਜ ਕੋਈ ਵੀ ਪਾਰਟੀਆਂ ਕਹੀ ਜਾਣ ਕਿ ਅਸੀਂ ਨਾਲ ਖੜੇ ਹਾਂ। ਤੁਸੀਂ ਇੱਕ ਵੀਡੀਓ ਦੇਖੀ ਹੋਣੀ, ਸੁਸ਼ਮਾ ਸਵਰਾਜ ਜਦੋਂ ਵਿਰੋਧ ਕਰ ਰਹੀ ਹੈ ਪਾਰਲੀਮੈਂਟ ਦੇ ਵਿੱਚ ਖੜ ਕੇ। ਅੱਜ ਜੇਕਰ ਇਹ ਕਾਂਗਰਸ ਸਰਕਾਰ ਪਾਸ ਕਰਦੀ, ਕਿਉਂਕਿ ਮੈਂ ਸਪਸ਼ਟ ਕਹੂੰਗਾ ਜੇਕਰ ਕਾਂਗਰਸ ਸਰਕਾਰ ਪਾਸ ਕਰਦੀ ਤਾਂ ਬੀਜੇਪੀ ਨੇ ਵਿਰੋਧ ਕਰਨਾ ਸੀ ਇਹਨਾਂ ਦਾ। ਇਸ ਤੋਂ ਪਹਿਲਾਂ ਅਕਾਲੀ ਦਲ ਵੀ ਇਹਨਾਂ ਆਰਡੀਨੈਂਸਾਂ ਦੇ ਹੱਕ ਵਿੱਚ ਖੜਦਾ ਆਇਆ ਸੀ। ਉਹਨਾਂ ਦਾ ਕਹਿਣਾ ਸੀ ਕਿ ਜੇ ਆਰਡੀਨੈਂਸ ਨੇ ਇਹ ਪੰਜਾਬ ਦੇ ਹਿੱਤਾਂ ਲਈ ਨੇ, ਪੰਜਾਬ ਦੀ ਕਿਸਾਨੀ ਦੀ ਆਮਦਨ ਦੁੱਗਣੀ ਕਰਨਗੇ। ਪਰ ਜਦੋਂ ਪੰਜਾਬ ਦੇ ਵਿੱਚ ਵਿਰੋਧ ਹੁੰਦਾ ਦਿਖਿਆ ਕਿ ਹੁਣ ਸਾਨੂੰ ਲੋਕ ਪਿੰਡਾਂ 'ਚ ਨਹੀਂ ਵੜਨ ਦੇਣਗੇ, ਉਦੋਂ ਫਿਰ ਉਹ ਆਰਡੀਨੈਂਸ ਦੇ ਉਲਟ ਹੋ ਗਏ। ਇਸ ਤੋਂ ਫਿਰ ਅਲੱਗ-ਅਲੱਗ ਪਾਰਟੀਆਂ ਵੀ ਆਪਣੀ ਸਿਆਸਤ ਕਰ ਰਹੀਆਂ ਨੇ। ਕਿਸੇ ਦਾ ਕਹਿਣਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 'ਚ ਸੋਧ ਕਰਕੇ APMC ਦੇ ਵਿੱਚ
ਇਹ ਰਾਹ ਪੱਧਰਾ ਕਰ ਦਿੱਤਾ ਸੀ, ਪਰ ਉਹਨਾਂ ਨੇ ਇੱਕ ਰੂਲ ਫਰੇਮ ਕੀਤਾ ਸੀ ਕਿ ਝੋਨਾ ਤੇ ਕਣਕ ਸਰਕਾਰੀ ਖਰੀਦ ਹੀ ਹੋਵੇਗੀ ਇਹਦੀ। ਤਾਂ ਤੁਸੀਂ ਇਸ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਕਿ ਇਹ ਹਮਲਾ ਜਿਹੜਾ ਇਹ ਪੰਜਾਬ ਦੀ ਇਕਨੋਮੀ ਤੇ ਇੱਕ ਹਮਲਾ ਕੇਂਦਰ ਵੱਲੋਂ ਕੀਤਾ ਗਿਆ ਹੈ, ਕਿ ਇਹ ਪੰਜਾਬ ਲਈ ਉਹ ਹਮਲਾ ਇਸ ਕਰਕੇ ਕਿ ਪੰਜਾਬ ਆਪਣੇ ਹੱਕਾਂ ਲਈ ਬੋਲਦਾ, ਆਪਣੇ ਹੱਕਾਂ ਦੀ ਗੱਲ ਕਰਦਾ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਇਕੱਲਾ ਆਰਥਿਕ ਮਸਲਾ ਨਹੀਂ ਹੈ, ਇਹਦੇ ਪਿੱਛੇ ਇੱਕ ਬਹੁਤ ਵੱਡੀ ਵਿਚਾਰਧਾਰਕ ਸੋਚ ਆ ਜੀ। ਉਹ ਇੱਕ ਸਟੇਟ ਦੀ ਸੋਚ ਆ ਜੀ। ਰੂਲਿੰਗ ਧਿਰ ਦੀ ਸੋਚ ਆ। ਬੀਜੇਪੀ ਕਾਂਗਰਸ ਇਹ ਸਿਰਫ ਪੋਲੀਟੀਕਲ ਫਰੰਟ ਆ, ਪਰ ਜਿਹੜੀ ਰੂਲਿੰਗ ਧਿਰ ਆ, ਜਿਹੜੀ ਇੰਡੀਅਨ ਸਟੇਟ ਆ, ਉਹਦੀ ਸੋਚ ਇਹ ਆ ਵੀ ਸਾਡੇ ਇੱਥੇ ਕਿਸੇ ਤਰ੍ਹਾਂ ਦਾ ਵੀ ਵਖਰੇਵਾਂ ਆਰਥਿਕ ਤੌਰ ਤੇ ਇਹ ਵੀ ਹੋ ਸਕਦਾ ਅਸੀਂ ਬਹੁਤ ਜ਼ਿਆਦਾ ਪਰ ਕੈਪੀਟਾ ਇਨਕਮ ਸਾਡੀ ਜ਼ਿਆਦਾ, ਤਾਂ ਉਹਨੂੰ ਬਾਕੀ ਇਸ ਖਿੱਤੇ ਦੇ, ਇਸ ਦੇਸ਼ ਦੇ ਰਾਜਾਂ ਦੇ ਅਨੁਕੂਲ ਲੈ ਕੇ ਆਓ। ਜੇ ਘੱਟ ਆ ਤਾਂ ਉਸ ਹਿਸਾਬ ਨਾਲ ਵੀ ਉਹਨੂੰ ਅਨੁਕੂਲ ਲੈ ਕੇ ਆਓ। ਇਸੇ ਤਰ੍ਹਾਂ ਜੇ ਸਾਡੀ ਵਿਚਾਰਧਾਰਕ ਸੋਚ 'ਚ ਵਖਰੇਵੇਂ ਆ, ਜਾਂ ਅਸੀਂ ਕਹਿੰਦੇ ਆ ਵੀ ਸਾਡੀ ਵਿਲੱਖਣਤਾ, ਇਸ ਧਰਤੀ ਦੀ ਵਿਲੱਖਣਤਾ, ਸਾਡਾ ਫਲਸਫਾ ਵੱਖਰਾ, ਉਹਨੂੰ ਵੀ ਖਤਮ ਕਰੋ, ਉਹਨੂੰ ਵੀ ਅਸਿਮੀਲੇਟ ਕਰੋ ਆਪਦੇ ਆਪ 'ਚ, ਤੇ ਇਸ ਖਿੱਤੇ 'ਚ ਵੀ ਇੱਕ ਇਹੋ ਜਿਹੀ ਸੋਚ ਪੈਦਾ ਕਰ ਦਿਓ ਜਿਹੜੀ ਇੰਡੀਅਨ ਸਟੇਟ ਚਾਹੁੰਦੀ ਆ। ਸੋ ਉਸੇ ਵਰਤਾਰੇ ਦਾ ਇਹ ਹਿੱਸਾ ਜਿਹੜਾ ਆਰਡੀਨੈਂਸਸ ਆ ਹੁਣ ਖੇਤੀ ਤੇ ਆਏ। ਜੇ ਤੁਸੀਂ ਕਹਿੰਦੇ ਹੋ ਪੰਜਾਬ ਦੀ ਹੋਂਦ ਦੀ ਲੜਾਈ ਹੈ, ਪੰਜਾਬ ਦੀ ਹੋਂਦ ਦੀ ਲੜਾਈ ਕਦੋਂ ਹੋ ਸਕਦੀ ਹੈ? ਜਦੋਂ ਸਾਡੀ ਆਈਡੈਂਟੀਟੀ, ਸਾਡੀ ਇਸ ਐਗਜ਼ਿਸਟੈਂਸ ਨੂੰ ਕੋਈ ਖਤਮ ਕਰੇ, ਤਾਂ ਹੀ ਹੋਂਦ ਦੀ ਲੜਾਈ ਹੈ। ਉਹ ਖਤਮ ਕਦੋਂ ਹੁੰਦੀ ਹੈ? ਜਦੋਂ ਸਾਡੀ ਮਾਂ ਬੋਲੀ, ਸਾਡਾ ਇਤਿਹਾਸ, ਸਾਡੀ ਜ਼ਮੀਨ, ਸਾਡੀ ਆਈਡੈਂਟੀਟੀ, ਸਾਡਾ ਪਾਣੀ, ਸਾਡੇ ਹੋਰ ਬਹੁਤ ਮਸਲੇ ਆ ਜਿਹੜੇ ਹਨਾ, ਇਹਨਾਂ ਸਾਰਿਆਂ ਤੇ ਹਮਲੇ ਹੋਏ ਹੋਣ। ਸੋ ਅਸੀਂ ਉਹ ਹਮਲੇ ਵੀ ਦੇਖ ਰਹੇ ਹਾਂ ਕਿਸੇ ਨਾ ਕਿਸੇ ਰੂਪ 'ਚ, ਕਦੇ ਪ੍ਰਗਟ ਹੋ ਜਾਂਦੇ ਆ, ਕਦੇ ਨਹੀਂ ਪ੍ਰਗਟ ਹੁੰਦੇ ਆ, ਦ੍ਰਿਸ਼ ਰੂਪ 'ਚ ਹੁੰਦੇ ਆ। ਹੁਣ ਜਮਾਂ ਪ੍ਰਗਟ ਰੂਪ 'ਚ ਸਾਡੇ ਤੇ ਇਹ ਹਮਲਾ ਕਰ ਦਿੱਤਾ ਗਿਆ ਵੀ ਸਾਡੀਆਂ ਜ਼ਮੀਨਾਂ ਤੇ ਵੀ ਕਾਰਪੋਰੇਟ ਕਲਚਰ ਦਾ ਗਲਬਾ ਸਥਾਪਿਤ ਹੋ ਜਾਣਾ, ਇਹ ਪ੍ਰਗਟ ਰੂਪ 'ਚ ਸਾਡੇ ਸਾਹਮਣੇ ਆ ਗਿਆ, ਜਿਹਨੂੰ ਇੰਡੀਅਨ ਸਟੇਟ ਕਹਿ ਰਹੀ ਹੈ। ਨਹੀਂ, ਇਹ ਤਾਂ ਕਿਸਾਨਾਂ ਦੇ ਹਿੱਤ 'ਚ ਹੈ, ਤਾਂ ਪ੍ਰੋ ਫਾਰਮਰ ਆ। ਜੇ ਅਸੀਂ ਅੱਜ ਖੜੇ ਹੋਏ ਆ, ਐਡਾ ਵੱਡਾ ਉਭਾਰ ਖੜਾ ਹੋਇਆ, ਤਾਂ ਉਹਦੇ ਪਿੱਛੇ ਜੇ ਕੋਈ ਕਾਰਨ ਆ, ਉਸ ਕਾਰਨ ਨੂੰ ਸੁਣਦੇ ਵੀ ਨਹੀਂ, ਉਹਦਾ ਕੋਈ ਸੰਵਾਦ ਹੀ ਨਹੀਂ ਹੋਇਆ। ਐਡਾ ਵੱਡੇ ਪ੍ਰੋਟੈਸਟ ਹੋ ਗਏ, ਹਜੇ ਤੱਕ ਕਿਸੇ ਨੇ ਕੋਈ ਸੰਵਾਦ ਹੀ ਨਹੀਂ ਕਰਨਾ ਚਾਹਿਆ। ਬਾਈ ਜੀ 1947 ਤੋਂ ਲੈ ਕੇ ਚਾਹੇ ਪੰਜਾਬੀ ਸੂਬਾ ਬਣਨ ਤੱਕ ਦੀ ਗੱਲ ਹੋਵੇ, ਕਿਉਂਕਿ ਪੰਜਾਬੀ ਸੂਬਾ ਅਸੀਂ ਇੱਕ ਇਹ ਲੜ ਕੇ ਹੀ ਲਿਆ ਹੈ, ਤੇ ਦੂਜਾ 84 ਤੋਂ ਬਾਅਦ 10 ਸਾਲ ਦਾ ਖਾੜਕੂ ਦੌਰ, ਤੇ ਉਸ ਤੋਂ ਬਾਅਦ ਅੱਜ ਤੱਕ ਦਾ। ਇਹ ਤੁਹਾਨੂੰ ਲੱਗਦਾ ਕਿ ਥੋੜ੍ਹੇ ਸਮੇਂ ਬਾਅਦ ਪੰਜਾਬ ਦੇ ਵਿੱਚ ਇਹ ਜੋ ਮੂਵਮੈਂਟਸਾਂ ਬਣਾਈ ਜਾਂਦੀਆਂ ਨੇ, ਤੇ ਫਿਰ ਉੱਥੋਂ ਪੰਜਾਬ ਨੂੰ ਕਿਤੇ ਨਾ ਕਿਤੇ ਖਤਮ ਕੀਤਾ ਜਾਂਦਾ, ਪੰਜਾਬ ਨੂੰ ਦੱਬਿਆ ਜਾਂਦਾ? ਚਾਹੇ 84 ਹੋਇਆ ਹੋਵੇ, ਉਸ ਤੋਂ ਪਹਿਲਾਂ ਜਦੋਂ 1955 ਦੇ ਵਿੱਚ ਪਾਣੀ ਦੇ ਸਮਝੌਤੇ ਹੋਏ ਸੀ, ਉਦੋਂ ਪੰਜਾਬ ਨਾਲ ਬੇਇਨਸਾਫੀ ਹੋਈ ਸੀ, ਤੇ 84 ਤੋਂ ਬਾਅਦ 10 ਸਾਲ ਦੇ ਵਿੱਚ ਪੰਜਾਬ ਨੇ ਜੋ ਸੰਤਾਪ ਝੱਲਿਆ ਆਪਣੇ ਪਿੰਡੇ ਦੇ ਉੱਤੇ, ਉਹ ਜ਼ਖਮ ਦਾ ਨਸੂਰ ਬਣ ਕੇ ਅੱਜ ਵੀ ਆਪਾਂ ਉਹਨਾਂ ਨੂੰ ਭੋਗ ਰਹੇ ਹਾਂ ਤੇ ਚੱਲ ਰਹੇ ਹਾਂ। ਤੁਸੀਂ ਭਾਵੇਂ ਅੱਜ ਆਰਡੀਨੈਂਸਾਂ ਦੀ ਗੱਲ ਕਰ ਲਓ, ਇਸ ਸਾਰੇ ਮਸਲੇ ਦਾ ਹੱਲ ਕੀ ਹੈ? ਕਿਉਂਕਿ ਪੰਜਾਬ 'ਤੇ ਇੰਨੇ ਮਾਰਾਂ ਪੈ ਚੁੱਕੀਆਂ ਨੇ, ਥੋੜ੍ਹੇ ਸਮੇਂ ਬਾਅਦ ਪੰਜਾਬ ਇੱਕ ਮਤਲਬ ਖਾਤਮੇ ਵੱਲ ਜਾ ਰਿਹਾ ਹੈ। ਕਦੋਂ ਇਹ ਠੱਲ ਪੈ ਸਕਦੀ ਹੈ? ਕਿਵੇਂ ਇਸ ਦਾ ਖਾਤਮਾ ਹੋ ਸਕਦਾ? ਕਦੋਂ ਪੰਜਾਬ ਸੁਤੰਤਰ ਹੋ ਕੇ ਆਪਣੇ ਪੈਰਾਂ 'ਤੇ ਖੜ ਸਕਦਾ? ਬਈ ਇਹਦਾ ਹੱਲ ਤਾਂ ਇੰਡੀਅਨ ਸਟੇਟ ਦੀ ਸੋਚ 'ਚ ਪਿਆ, ਉਹਨਾਂ ਦੀ ਜਿੱਦ 'ਚ ਪਿਆ। ਜਦੋਂ ਤੱਕ ਉਹ ਜਿੱਦ ਨਹੀਂ ਛੱਡਣਗੇ ਵੀ ਇੱਕ ਬਹੁ ਕੌਮੀਅਤ ਜਿਹੜੀ ਆ, ਜਦੋਂ ਤੱਕ ਇਹ ਨਹੀਂ ਮੰਨਣਗੇ ਵੀ ਇੰਡੀਆ ਇੱਕ ਟੈਰੀਟੋਰੀਅਲ ਸਪੇਸ ਆ, ਇੱਥੇ ਬਹੁਤ ਤਰ੍ਹਾਂ ਦੀ ਕੌਮੀਅਤ ਮਿਲ ਕੇ ਇੱਕ ਦੇਸ਼ ਬਣਾਉਂਦੀਆਂ, ਇੱਕ ਟੈਰੀਟੋਰੀਅਲ ਸਪੇਸ ਰਚਦੀਆਂ ਜੀ। ਔਰ ਇਹ ਬਹੁਤ ਕੌਮੀਅਤ ਆ ਜਿਹੜੀ, ਇਹ ਬਹੁਤ ਜ਼ਰੂਰੀ ਹੈ ਸਾਰੇ ਖਿੱਤੇ ਲਈ। ਉਹਨੂੰ ਮਾਣ ਸਨਮਾਨ ਦਿਓ, ਹਰ ਤਰ੍ਹਾਂ ਦੀ ਕੌਮੀਅਤ ਨੂੰ ਨਾਲ ਲੈ ਕੇ ਚੱਲੋ। ਕਲਚਰਲ ਡਾਈਵਰਸਿਟੀ ਨੂੰ ਜਿਵੇਂ ਬਾਇਓਡਾਇਵਰਸਿਟੀ ਨੂੰ ਆਪਾਂ ਸਮਝਦੇ ਹਾਂ, ਉਵੇਂ ਹੀ ਕਲਚਰਲ ਡਾਇਵਰਸਿਟੀ ਨੂੰ ਅੰਡਰਸਟੈਂਡ ਕਰੋ ਜੀ। ਕੌਨਸਟੀਟਿਊਸ਼ਨ 'ਚ ਕਈ ਤਰ੍ਹਾਂ ਦੇ ਸੁਧਾਰਾਂ ਦੀ ਜ਼ਰੂਰਤ ਆ, ਉਹ ਸੁਧਾਰ ਹੋਣੇ ਚਾਹੀਦੇ ਆ। ਸੋ ਟੋਟੈਲਿਟੀ 'ਚ ਜਦੋਂ ਇੱਕ ਫੈਡਰਲ ਸਟਰਕਚਰ ਨੂੰ ਅਸੀਂ ਸਮਝਾਂਗੇ, ਟੋਟੈਲਿਟੀ 'ਚ ਅਸੀਂ ਮਲਟੀਕਲਚਰਲਿਜ਼ਮ ਨੂੰ ਸਮਝਾਂਗੇ ਜਾਂ ਇੰਡੀਅਨ ਸਟੇਟ ਸਮਝੂਗੀ, ਉਦੋਂ ਹੀ ਹੱਲ ਹੋਊਗਾ। ਅਦਰਵਾਈਜ਼ ਫਿਰ ਵਿਦਰੋਹ ਉੱਠਣਗੇ, ਤਣਾਅ ਟਕਰਾਅ ਪੈਦਾ ਹੋਣਗੇ, ਔਰ ਸਪੈਸ਼ਲੀ ਸਾਡੀ ਧਰਤੀ 'ਤੇ ਜਿੰਨਾ ਤੁਸੀਂ ਸਾਨੂੰ ਦੱਬੋਗੇ, ਜਿੰਨਾ ਜ਼ਬਰ ਜ਼ੁਲਮ ਕਰੋਗੇ ਸਾਡੇ 'ਤੇ, ਅਸੀਂ ਓਨੇ ਹੀ ਤੁਹਾਡੇ ਖਿਲਾਫ ਆਵਾਜ਼ ਉਠਾਵਾਂਗੇ, ਅੰਦੋਲਨ ਉਠਾਵਾਂਗੇ।
ਬਾਈ ਜੀ ਜੇਕਰ 3 ਆਰਡੀਨੈਂਸ ਪਾਸ ਕੀਤੇ ਸੀ, ਹੁਣ ਤਾਂ ਖੈਰ ਕਾਨੂੰਨ ਬਣ ਗਏ ਰਾਸ਼ਟਰਪਤੀ ਦੇ ਸਾਈਨ ਹੋਣ ਤੋਂ ਬਾਅਦ। ਹਾਂਜੀ। ਉਹਨਾਂ ਵਿੱਚੋਂ ਇੱਕ ਆਰਡੀਨੈਂਸ ਸੀ ਕਿ ਕਿਸਾਨ ਆਪਣੀ ਫਸਲ ਕਿਤੇ ਵੀ ਲੈ ਕੇ ਵੇਚ ਸਕਦਾ। ਰੋਕ ਤਾਂ ਖੈਰ ਪਹਿਲਾਂ ਵੀ ਨਹੀਂ ਸੀ, ਚਲੋ ਇਹ ਜੋ ਮਰਜ਼ੀ ਕਹਿਣ। ਤਾਂ ਫਿਰ ਹਰਿਆਣਾ ਸਰਕਾਰ ਨੇ ਕਰਤਾ ਕਿ ਪੰਜਾਬ ਦਾ ਕਿਸਾਨ, ਖਾਸ ਕਰਕੇ ਪੰਜਾਬ ਤੇ ਰਾਜਸਥਾਨ ਦਾ ਕਿਸਾਨ ਸਾਡੇ ਇੱਥੇ ਫਸਲ ਵੇਚਣ ਨਾ ਵੜੇ, ਸਾਡੇ ਸੂਬੇ 'ਚ ਪੈਰ ਨਾ ਹੋ ਧਰੇ। ਇੱਕ ਪਾਸੇ ਇਹ ਕਹਿੰਦੇ ਨੇ ਕਿ ਸਾਡਾ ਆਰਡੀਨੈਂਸ ਹੈ, ਕਿਸਾਨ ਕਿਤੇ ਵੀ ਜਾ ਕੇ ਫਸਲ ਵੇਚ ਸਕਦਾ। ਦੇਖੋ ਜਦੋਂ ਇਹ ਮੁਕੰਮਲ ਤੌਰ ਤੇ ਧਰਤੀ ਦੇ ਲਾਗੂ ਹੋ ਗਏ ਕਾਨੂੰਨ, ਬਿਲਕੁਲ ਅਮਲੀ ਰੂਪ ਇਹਨਾਂ ਨੇ ਲੈ ਲਿਆ। ਇਹ ਕਹਿੰਦੇ ਨੇ ਕਿ ਕਿਸਾਨ ਜਿੱਥੇ ਮਰਜ਼ੀ ਫਸਲ ਵੇਚ ਸਕਦਾ। ਪੰਜਾਬ ਦੇ ਵਿੱਚ ਇਹਨਾਂ ਦੀ ਕਿਸੇ ਨੇ ਫਸਲ, ਆਪਣੀ ਕਿਸਾਨਾਂ ਦੀ ਕਿਸੇ ਨੇ ਚੱਕਣੀ ਨਹੀਂ ਫਸਲ, ਤੇ ਦੂਜੇ ਸੂਬਿਆਂ ਨੇ ਕਹਿਣਾ ਸਾਡੇ ਇੱਥੇ ਵੜਨਾ ਨਹੀਂ। ਉਦੋਂ ਫਿਰ ਜਿਹੜੇ ਹਾਲਾਤ ਪੈਦਾ ਹੋਣਗੇ ਉਹ ਬੜੇ ਭਿਆਨਕ ਹੋਣਗੇ। ਬਾਈ ਉਹਨਾਂ ਨੂੰ ਹੀ ਤਾਂ ਸੰਬੋਧਨ ਕਰ ਰਹੇ ਆ, ਪ੍ਰੋਟੈਸਟ ਕਾਹਦੇ ਖਾਤਰ ਹੋ ਰਿਹਾ? ਬਿਲਕੁਲ। ਇਹ ਕਹਿ ਰਿਹਾ ਐਮਐਸਪੀ ਲਓ ਜੀ, ਕਹਿੰਦੇ ਸਰਕਾਰ ਕਹਿੰਦੀ ਐਮਐਸਪੀ ਲਓ। ਉਹਦਾ ਕੋਈ ਹੱਲ ਨਹੀਂ ਹੈ ਨਾ, ਲੜਾਈ ਐਮਐਸਪੀ ਦੀ ਨਹੀਂ ਆ। ਬਿਲਕੁਲ। ਇਹ ਕਹਿ ਰਿਹਾ ਇੱਕ ਦੇਸ਼ ਇੱਕ ਮੰਡੀ, ਲੜਾਈ ਉਹ ਤਾਂ ਬਾਹਲੀ ਖਤਰਨਾਕ ਆ। ਬਿਲਕੁਲ। ਲੌਜਿਸਟਿਕਸ ਦਾ ਕੀ ਕਰੋਗੇ ਤੁਸੀਂ? ਇੱਕ ਦੇਸ਼ ਇੱਕ ਮੰਡੀ, ਪਹਿਲਾਂ ਤਾਂ ਉਹਨਾਂ ਨੇ ਵੇਚਣ ਨਹੀਂ ਦੇਣੀ। ਮੰਨ ਲਓ ਵੇਚਣ ਦੇ ਵੀ ਦਿੰਦੇ ਆ ਤਾਂ ਅਸੀਂ ਟਰਾਂਸਪੋਰਟੇਸ਼ਨ ਕਿੱਥੋਂ ਲੈ ਕੇ ਆਵਾਂਗੇ, ਸਟੋਰੇਜ ਕਿੱਥੋਂ ਲੈ ਕੇ ਆਵਾਂਗੇ, ਖਰਚਾ ਕਿਸਾਨ ਕਿਵੇਂ ਝੱਲੂਗਾ? ਬਿਲਕੁਲ। 2 ਏਕੜ ਵਾਲਾ ਕਿਵੇਂ ਸਟੋਰ ਕਰ ਸਕਦਾ? ਐਬਸੋਲੂਟਲੀ। ਸੋ ਜੇ ਅਸੀਂ ਇਹਨਾਂ ਸਾਰੇ ਐਸਪੈਕਟਸ ਨੂੰ ਅੰਡਰਸਟੈਂਡ ਹੀ ਨਹੀਂ ਕਰ ਪਾ ਰਹੇ, ਸਾਡੀਆਂ ਜਥੇਬੰਦੀਆਂ ਦੇ ਆਗੂ ਨਹੀਂ ਅੰਡਰਸਟੈਂਡ ਕਰ ਪਾ ਰਹੇ, ਦੈਨ ਆਈ ਥਿੰਕ ਵੀ ਆਰ ਨਾਟ ਗਿਵਿੰਗ ਜਸਟਿਸ ਟੂ ਦੋਜ਼ ਫਾਰਮਰਸ। ਜੀ ਬਿਲਕੁਲ। ਹਨਾ, ਤੇ ਉਹਨਾਂ ਨੂੰ ਇਨਸਾਫ ਹੀ ਨਹੀਂ ਦੇ ਰਹੇ। ਅਸੀਂ ਹੁਣ ਜਿਹੜੀ ਲੜਾਈ ਲੜਨੀ ਆ, ਜੇ ਸਾਡੀ ਲੜਾਈ ਇਹ ਵੇਚਦੇ ਆ ਅਹੁਦਿਆਂ ਪਿੱਛੇ, ਸਾਡੀ ਲੜਾਈ ਵੇਚਦੇ ਆ ਕਿਸੇ ਹੋਰ ਤਰ੍ਹਾਂ ਦੇ ਰਾਜਸੀ ਸਰੋਕਾਰਾਂ ਪਿੱਛੇ, ਜਾਂ ਕੋਈ ਆਰਥਿਕ ਤੌਰ ਤੇ ਇਹਨਾਂ ਦੀ ਸਹਾਇਤਾ ਦੇ ਪਿੱਛੇ, ਤਾਂ ਫਿਰ ਉਹੀ ਖਤਾ ਪਹਿਲਾਂ ਜੋ ਖਾਧੀਆਂ ਉਹੀ ਖਾਵਾਂਗੇ ਅਸੀਂ। ਬਿਲਕੁਲ ਬਾਈ ਜੀ, ਗੱਲ ਤਾਂ ਸਿੱਧੀ ਇਹ ਹੈ। ਦੇਖੋ ਇੱਕ ਵੱਡੀ ਕੰਟਰੀਆਂ ਦੇ ਵਿੱਚ ਆਪਸ ਦੇ ਵਿੱਚ ਵੀ ਹੈਗਾ ਕਿ ਸੁਪਰ ਪਾਵਰ। ਦੇਖੋ ਕੋਈ ਕੰਟਰੀ ਪਰਮਾਣੂ ਬਣਾ ਰਹੀ ਹੈ, ਕੋਈ ਹਥਿਆਰ USA ਹੈ ਨਾ, ਜੋ ਕੰਪਨੀਆਂ ਖੜੇ ਕਰ ਹਥਿਆਰਾਂ ਦੀ। ਪਰ ਸਭ ਤੋਂ ਵੱਡੀ ਗੱਲ ਇਹ ਨਿਕਲ ਕੇ ਆ ਰਹੀ ਹੈ ਕਿ ਅਸਲ ਸੁਪਰ ਪਾਵਰ ਉਹ ਹੈ ਜਿਹਦਾ ਖੁਰਾਕ ਤੇ ਕਬਜ਼ਾ ਹੋਊਗਾ। ਇਹਨਾਂ ਨੇ ਅਲੱਗ-ਅਲੱਗ ਆਪਣੇ ਹੈ ਨਾ, ਜੋ ਇਹਨਾਂ ਦੇ ਪਿਆਦੇ ਨੇ ਉਹਨਾਂ ਨੂੰ ਛੂਟਾਂ ਦੇਤੀਆਂ ਨੇ ਵੀ ਤੁਸੀਂ ਦੇਖੋ 10 ਸਾਲ ਤੋਂ ਗੋਦਾਨ ਬਣ ਰਹੇ ਨੇ ਹਿੰਦੁਸਤਾਨ ਦੇ ਵਿੱਚ, ਉਹ ਛੂਟਾਂ ਦੇਤੀਆਂ ਨੇ ਕਿ ਤੁਸੀਂ ਖੁਰਾਕ ਤੇ ਕਬਜ਼ ਹੋਵੋ। ਤੇ ਜੋ ਚੀਜ਼ ਅੱਜ ਮੰਨ ਲਓ ਖੇਤੀ ਫਾਰਮਰ ਨਾ ਕਰਦੇ ਆ, ਆਪਣੀ ਕਣਕ ਕੋਈ 1800 ਰੁਪਏ 1900 ਰੁਪਏ ਨਹੀਂ ਪੁੱਛਦਾ ਹੈਗਾ, ਜਦੋਂ ਇਹ ਕਾਰਪੋਰੇਟ ਘਰਾਣੇ ਦੇ ਹੱਥਾਂ ਵਿੱਚ ਚਲਿਆ ਗਿਆ ਅਨਾਜ, ਉਹੀ ਆਪਾਂ ਨੂੰ ਇਹ 4 ਗੁਣਾ ਰੇਟ ਤੇ ਵੇਚਣਗੇ। ਬਿਲਕੁਲ ਜੀ, ਬਿਲਕੁਲ। ਜਦੋਂ ਦੇਖੋ ਸਭ ਤੋਂ ਮਾੜਾ ਵਰਤੀਰਾ ਇਹ ਹੈ ਜਦੋਂ ਇਹ ਖੁਰਾਕ ਤੇ ਕਬਜ਼ ਹੋ ਗਏ, ਹਾਂਜੀ, ਤੇ ਫਿਰ ਉਦੋਂ ਕੀ ਹਾਲਾਤ ਪੈਦਾ ਹੋਣਗੇ? ਕਿਉਂਕਿ ਖੇਤੀ ਖਤਮ ਹੋ ਜਾਊਗੀ, ਖੁਰਾਕ ਤੇ ਇਹ ਕਾਰਪੋਰੇਟ ਘਰਾਣੇ ਕਬਜ਼ ਹੋ ਜਾਣਗੇ। ਫਿਰ ਉਦੋਂ ਜਿਹੜਾ ਸੀਨ ਨਿਕਲ ਕੇ ਆਊਗਾ, ਉਹ ਸੀਨ ਵੀ ਉਹਨੂੰ ਬੰਦਾ ਇਮੇਜਿਨ ਵੀ ਨਹੀਂ ਕਰ ਸਕਦਾ ਹੈ। ਉਹ ਨਹੀਂ ਕਰ ਸਕਦਾ ਜੀ। ਇਹ ਸਰਕਾਰਾਂ ਦੀਆਂ ਕਾਰਪੋਰੇਟ ਇੱਕ ਜਿਹੜੇ ਪੂਰੇ ਘਰਾਣੇ ਆ, ਉਹਨਾਂ ਦੀਆਂ ਇਹ ਕਨਸਪੀਰੇਸੀ ਥਿਊਰੀਜ਼ ਆ। ਅੱਜ ਸਰਕਾਰ ਕੀ ਚਾਹੁੰਦੀ ਆ ਵੀ ਪੰਜਾਬ ਤੇ ਹਰਿਆਣਾ ਤੇ ਐਗਰੀਰੀਅਨ ਜਿਹੜਾ ਮਾਡਲ ਆ ਨਾ, ਉਹਦੇ ਇਕੱਲੇ ਤੇ ਡਿਪੈਂਡ ਨਾ ਰਹੋ ਜੀ, ਇਹ ਬਾਕੀ ਜਗ੍ਹਾ ਵੀ ਪੈਦਾ ਕਰੋ। ਕਿਉਂਕਿ ਪੰਜਾਬ ਤੇ ਹਰਿਆਣਾ ਹਜੇ ਵੀ ਆਪਦੇ ਆਪ 'ਚ ਡਿਕਟੇਟ ਕਰਦੇ ਆ ਸਾਨੂੰ ਐਗਰੀਰੀਅਨ ਮਾਡਲ ਨੂੰ ਲੈ ਕੇ। ਖੇਤੀ ਪ੍ਰਧਾਨ ਸੂਬੇ ਆ ਇਹ ਜੀ। ਇਸ ਕਰਕੇ ਇਹਨਾਂ ਨੇ ਇਹ ਜਿਹੜੀ ਸਾਰੀ ਕਨਸਪੀਰੇਸੀ ਰਚੀ ਆ, ਖੇਤੀ ਹੋਰ ਕਿਵੇਂ ਰਾਜਾਂ 'ਚ ਵੰਡਣੀ ਆ, ਉੱਥੇ ਕੰਟਰੈਕਟ ਲੇਬਰ ਕਿਵੇਂ ਕਰਵਾਉਣੀ ਆ, ਉੱਥੇ ਮਜ਼ਦੂਰਾਂ ਨੂੰ, ਕਿਸਾਨਾਂ ਦਾ ਸ਼ੋਸ਼ਣ ਹੋਰ ਵੱਡੇ ਤੌਰ ਤੇ ਕਿਵੇਂ ਕਰਨਾ, ਜੋ ਸਾਡਾ ਨਹੀਂ ਕਰ ਸਕਦੇ, ਹਜੇ ਤੱਕ ਨਹੀਂ ਕਰ ਪਾਏ ਸੀ। ਫਿਰ ਇਹਨਾਂ ਆਰਡੀਨੈਂਸਿਸ ਨੂੰ ਲੈ ਕੇ ਆਉਣਾ, ਸਿੱਧੇ ਤੌਰ ਤੇ ਪੰਜਾਬ ਤੇ ਹਰਿਆਣਾ ਨੂੰ ਟਾਰਗੇਟ ਕਰਨਾ ਆਰਡੀਨੈਂਸਿਸ ਦੇ ਥਰੂ, ਹਨਾ। ਸੋ ਇਸ ਕਰਕੇ ਜਦੋਂ ਇਹ ਕਨਸਪੀਰੇਸੀ ਥਿਊਰੀ ਨੂੰ ਸਮਝਾਂਗੇ ਤਾਂ ਇਹ ਸਾਡੀ ਜੜਾਂ ਤੇ ਆ ਕੇ ਹੁਣ ਹਮਲੇ ਕਰ ਰਹੇ ਆ। ਜੜਾਂ ਨੂੰ ਪੱਟਣ 'ਚ ਇਹ ਉੱਥੋਂ ਤਾਈਂ ਗੱਲ ਪਹੁੰਚ ਗਈ ਆ, ਸਾਡੇ ਗੁਲਾਮਿਆਂ ਨੂੰ ਹੱਥ ਪਾ ਲਿਆ। ਬਿਲਕੁਲ। ਤੇ ਜਦੋਂ ਗੁਲਾਮਿਆਂ ਨੂੰ ਹੱਥ ਪੈਂਦੇ ਆ ਤੇ ਫਿਰ ਅੰਦੋਲਨ ਹੀ ਪੈਦਾ ਹੁੰਦੇ ਆ ਜੀ। ਬਾਈ ਜੀ 2006 ਦੇ ਵਿੱਚ ਬਿਹਾਰ ਦਾ ਮੰਡੀ ਬੋਰਡ ਭੰਗ ਕੀਤਾ ਸੀ ਤੁਸੀਂ। ਅੱਜ ਬਿਹਾਰ ਦੀ ਹਾਲਤ ਦੇਖ ਲਓ। ਉਹ ਉਧਰ 10-10 ਏਕੜ ਵਾਲੇ, ਸਾਡੇ ਇੱਧਰ 5-5 ਏਕੜ ਵਾਲੇ ਦੇ ਇੱਥੇ ਲੇਬਰ ਕਰਦੇ ਨੇ, ਝੋਨਾ ਲਾਉਣ ਆਉਂਦੇ ਨੇ। ਦੂਜਾ 2 ਅਕਤੂਬਰ 2017 ਦੇ ਵਿੱਚ ਨੀਤੀ ਆਯੋਗ ਦੀ ਮੀਟਿੰਗ ਹੋਈ ਸੀ, ਆਪਣੇ ਵੱਲੋਂ ਵੀ ਇੱਥੇ ਜਥੇਬੰਦੀਆਂ ਦਾ ਨੁਮਾਇੰਦਾ ਗਿਆ ਸੀ ਇੱਕ, ਤੇ ਹੋਰ ਵੀ ਨੁਮਾਇੰਦੇ ਸੀ। ਉੱਥੇ ਇਹ ਗੱਲ ਨਿਕਲ ਕੇ ਆਈ ਸੀ ਕਿ ਜਿਹੜੀ ਖੇਤੀ ਦੀ ਇਨਕਮ ਹੈ, ਗਰੋਥ ਹੈ, ਉਹਦੇ ਵਿੱਚ ਖੜੋਤ ਆ ਗਈ। ਖੜੋਤ ਆ ਗਈ। ਇਹ ਖੜੋਤ ਕਿਵੇਂ ਟੁੱਟੂਗੀ? ਖੇਤੀ ਦੇ ਵਿੱਚ ਇਨਵੈਸਟ ਕਰਨਾ ਪੈਣਾ। ਇਨਵੈਸਟ ਕਰਨ ਲਈ ਕਿਸਾਨ ਕੋਲ ਤਾਂ ਪੈਸਾ ਹੈਗਾ ਨਹੀਂ, ਇਨਵੈਸਟ ਕਰਨਗੇ ਕਾਰਪੋਰੇਟ ਘਰਾਣੇ। ਉਦੋਂ ਫਿਰ ਉਹ ਸਾਰੇ ਬੈਠੇ ਸੀ, ਉਦੋਂ ਉਹ ਖੜਾ ਹੋਇਆ ਨਾ ਹੈੱਡ ਸੀ ਕਾਰਪੋਰੇਟ ਘਰਾਣਿਆਂ ਦਾ, ਜੋ ਉਹਨੇ ਕਿਹਾ ਕਿ ਅਸੀਂ ਇੱਕੋ ਸ਼ਰਤ ਤੇ ਨਿਵੇਸ਼ ਕਰਾਂਗੇ ਅਸੀਂ, ਕਿਉਂਕਿ ਉਹ ਜਿਹੜੀ ਮੀਟਿੰਗ ਸੀ ਪ੍ਰੀ ਪਲਾਨ ਸੀ ਉਹ, ਜੇ ਆਪਾਂ ਸਿੱਧੀ ਸਪਸ਼ਟਾਂ 'ਚ ਕਹੀਏ।
ਉਹਨਾਂ ਨੇ ਕਹਿਣਾ ਸੀ ਕਿ ਅਸੀਂ ਇੱਕੇ ਸ਼ਰਤ ਤੇ ਨਿਵੇਸ਼ ਕਰਾਂਗੇ, ਸਾਨੂੰ 5-5 7-7 ਹਜ਼ਾਰ ਦੇ ਕਲਸਟਰ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਬਣਾ ਕੇ ਦਿੱਤੇ ਜਾਣ, ਕਿਸਾਨ ਆਪਣੀ ਖੇਤੀ ਤੋਂ ਬਾਹਰ ਹੋ ਜੇ, ਵੱਧ ਤੋਂ ਵੱਧ ਕਿਸਾਨ ਉੱਥੇ ਮਜ਼ਦੂਰੀ ਕਰ ਸਕਦਾ, ਸਾਡੇ ਕੋਲ ਨੌਕਰੀ ਕਰ ਸਕਦਾ, ਸਾਡੇ ਕੋਲ ਲੇਬਰ ਕਰ ਸਕਦਾ। ਕਿਤੇ ਨਾ ਕਿਤੇ ਫਿਰ ਇਹ ਉਸ ਪੜਾਅ ਦਰ ਪੜਾਅ ਉਸ ਨੀਤੀ ਵੱਲ ਅੱਗੇ ਵਧ ਰਹੇ ਨੇ, ਕਿਉਂਕਿ ਮਹਾਰਾਸ਼ਟਰ ਦੇ ਵਿੱਚ, ਕਰਨਾਟਕ ਦੇ ਵਿੱਚ ਫੁੱਲਾਂ ਦੀ ਖੇਤੀ ਹੁੰਦੀ ਹੈ, ਕਾਜੂ ਦੀ ਖੇਤੀ ਹੁੰਦੀ ਹੈ, ਇਹ ਠੇਕੇਦਾਰੀ ਸਿਸਟਮ ਮੱਧ ਪ੍ਰਦੇਸ਼ ਦੇ ਵਿੱਚ ਵੀ ਸ਼ੁਰੂ ਹੋ ਚੁੱਕਿਆ। ਫਿਰ ਕਿਤੇ ਨਾ ਕਿਤੇ ਇਹ ਪੰਜਾਬ ਨੂੰ ਉਸ ਟਾਰਗੇਟ ਲਾਈਨ 'ਚ ਲੈ ਕੇ ਆਉਣਾ ਚਾਹੁੰਦੇ ਨੇ। ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਹ ਨਾ ਇੱਕ ਲੰਬੀ ਡਿਸਕਸ਼ਨ ਹੈ, ਇਹ ਇਕਨੋਮੀ ਦਾ ਪਾਰਟ ਹੈ, ਮਾਡਰਨ ਇਕਨੋਮੀ ਦਾ। ਮਾਡਰਨ ਇਕਨੋਮੀ ਤੇ ਇਹ ਚਾਹੁੰਦੇ ਆ ਵੀ ਅਸੀਂ ਐਗਰੀਕਲਚਰ ਤੇ ਬਾਹਲਾ ਡਿਪੈਂਡ ਨਾ ਕਰੀਏ। ਪਹਿਲੀ ਡਿਪੈਂਡੈਂਸ ਸਾਡੀ ਸਰਵਿਸ ਇਕਨੋਮੀ ਤੇ ਹੋਵੇ, ਸਰਵਿਸ ਇੰਡਸਟਰੀ ਤੇ ਹੋਵੇ ਜੀ। ਦੂਜੀ ਸਾਡੀ ਇੰਡਸਟਰੀ ਜਿਹੜੀ ਮੈਨੂਫੈਕਚਰਰ ਇੰਡਸਟਰੀ ਆ ਉਹਦੇ ਤੇ ਹੋਵੇ ਡਿਪੈਂਡੈਂਸ, ਹੈ ਨਾ, ਇੰਡਸਟਰੀਅਲ ਇਕਨੋਮੀ ਜਿਹਨੂੰ ਆਪਾਂ ਕਹਿੰਦੇ ਆ। ਫਿਰ ਤੀਜੀ ਡਿਪੈਂਡੈਂਸ ਸਾਡੀ ਲਾਸਟ ਜਿਹੜੀ ਆ ਉਹ ਐਗਰੀਕਲਚਰ ਤੇ ਹੋਵੇ, ਜੋ ਕਿ ਬਹੁਤ ਥੋੜੀ ਆ ਵਰਲਡ ਓਵਰ, ਉਹਦੀ ਕੰਟਰੀਬਿਊਸ਼ਨ ਨਾ 2-3% ਹੀ ਆ। ਬਿਲਕੁਲ ਨਾ ਮਾਤਰੇ ਰੱਖਦੇ ਹਾਂ ਉਹਨੂੰ ਤਾਂ 2-3% ਆ ਜਿਹੜੀ ਵਰਲਡ ਦੀ GDP ਚ ਉਹਦੀ, ਬਿਲਕੁਲ ਜੇ ਆਪਾਂ ਪਰਸੈਂਟੇਜ ਜੀ ਬਿਲਕੁਲ, ਜਾਂ ਜਿਹੜੀ ਵਿਕਸਿਤ ਦੇਸ਼ ਆ ਉਹਦੇ ਚ ਐਗਰੀਕਲਚਰ ਦੀ ਜੋ ਕੰਟਰੀਬਿਊਸ਼ਨ ਆ ਕੰਟਰੀਬਿਊਸ਼ਨ ਹੈ ਨਾ। ਪਰ ਇੱਕ ਗੱਲ ਸਾਨੂੰ ਸਮਝਣ ਦੀ ਜ਼ਰੂਰਤ ਆ, ਜਦੋਂ ਤੁਸੀਂ ਕਿਸਾਨਾਂ ਤੇ ਪੰਜਾਬ ਨੂੰ ਖੇਤੀ ਤੋਂ ਬਿਨਾਂ ਨਹੀਂ ਕਲਪਿਆ ਜਾ ਸਕਦਾ। ਬਿਲਕੁਲ ਇਸ ਧਰਤੀ ਨੂੰ ਅਸੀਂ ਅੱਜ ਵੀ 55 ਤੋਂ 58% ਐਗਰੀਕਲਚਰ ਜਿਹੜੀ ਕੰਟਰੀਬਿਊਸ਼ਨ ਆ ਸਾਡੀ GDP ਚ ਦਿੰਨੇ ਆ, ਪੰਜਾਬ ਦੀ GDP। ਬਿਲਕੁਲ ਇਹਦਾ ਮਤਲਬ ਸਾਡੇ ਕੋਲੇ ਨਾ ਤਾਂ ਜਿਹੜੀ ਇਕਨੋਮੀ ਸਰਵਿਸ ਇੰਡਸਟਰੀ ਤੇ ਉਨੀ ਡਿਪੈਂਡੈਂਟ ਆ, ਨਾ ਹੀ ਸਾਡੀ ਇੰਡਸਟਰੀ ਤੇ ਡਿਪੈਂਡੈਂਟ ਆ। ਇੰਡਸਟਰੀ ਚ ਜਿਹਦੇ ਚ ਮੈਨੂਫੈਕਚਰਿੰਗ ਯੂਨਿਟ ਆ ਜਾਂਦੇ ਜੀ। ਸਾਡੀ ਮੇਨ ਜਿਹੜੀ ਇਹ GDP ਆ ਜਿੱਥੋਂ ਅਸੀਂ ਪੈਦਾ ਕਰਦੇ ਆ ਕੁਝ, ਉਹ ਐਗਰੀਕਲਚਰ ਜੀ। ਅਸੀਂ ਉਹਨੂੰ ਸਿੱਧੇ ਤੌਰ ਤੇ ਕਿਵੇਂ ਬਰਬਾਦ ਕਰ ਸਕਦੇ ਹਾਂ ਜੀ, ਹਨਾ। ਫਿਰ ਉਹ ਤੁਹਾਨੂੰ ਅਸੀਂ ਪੂਰੇ ਦੇਸ਼ ਨੂੰ ਖਵਾਉਣੇ ਆ, ਤੁਸੀਂ ਸਾਡੇ ਤੇ ਹੀ ਆ ਕੇ ਕਾਰਪੋਰੇਟ ਘਰਾਣਿਆਂ ਦਾ ਗਲਬਾ ਪਾ ਰਹੇ ਆ। ਅਗਲੀ ਗੱਲ, ਇਹ ਜਿਹੜੀ ਲੈਂਡ ਆ ਨਾ, ਇੱਕ ਰਿਸੋਰਸ ਇਹੋ ਜਿਹਾ ਜਿਹੜਾ ਨੇਚਰ ਨਾਲ ਜੁੜਿਆ ਹੋਇਆ, ਇਹਦੀ ਇੱਕ ਲਿਮਿਟੇਸ਼ਨ ਆ। ਇਹਨੂੰ ਤੁਸੀਂ ਇੰਡਸਟਰੀ ਵਾਂਗੂ ਜਾਂ ਕਿਸੇ ਮੈਨੂਫੈਕਚਰਿੰਗ ਯੂਨਿਟ ਵਾਂਗੂ ਨਾ ਟਰੀਟ ਕਰੋ। ਉੱਥੇ ਤਾਂ ਤੁਸੀਂ ਮਸ਼ੀਨਾਂ ਦੀ ਕਪੈਸਿਟੀ ਵਧਾ ਲਓਗੇ ਤਾਂ ਤੁਸੀਂ ਇੱਕ ਦਿਨ 'ਚ ਜੇ 10 ਯੂਨਿਟ ਕੱਢਦੇ ਹੋ ਕਿਸੇ ਚੀਜ਼ ਦੇ ਮੈਨੂਫੈਕਚਰ ਕਰਦੇ ਹੋ, ਉਹ 50 ਯੂਨਿਟ ਵੀ ਹੋ ਸਕਦੇ ਆ। ਪਰ ਜੇ ਅਸੀਂ ਇੱਕ ਸੀਜ਼ਨ 'ਚ ਕਿੱਲੇ 'ਚ 30 ਮਣ ਕਣਕ ਕੱਢਦੇ ਆ ਤੇ ਉਹਨੇ 40-45 ਮਣ ਨਹੀਂ ਹੋਣਾ। ਬਿਲਕੁਲ। ਜਾਂ ਉਹਨੇ 50 ਮਣ 60 ਮਣ ਨਹੀਂ ਹੋਣਾ। ਉਹਦੀ ਇੱਕ ਲਿਮਿਟ ਆ, ਕਿਉਂਕਿ ਧਰਤੀ ਆ, ਜ਼ਮੀਨ ਆ, ਨੇਚਰ ਆ, ਉਹਦੀ ਇੱਕ ਕਪੈਸਿਟੀ ਆ, ਉਹ ਇੱਕ ਢੰਗ ਨਾਲ ਹੀ ਵਧੂਗੀ। ਉਹ ਗ੍ਰੀਨ ਰੈਵੋਲੂਸ਼ਨ 'ਚ ਤੁਸੀਂ ਸਾਨੂੰ ਸੁਧਰੀਆਂ ਬੀਜਾਂ ਦੇ ਕੇ ਜਾਂ ਉਹ ਰੇਹਾਂ ਸਪਰੇਆਂ ਦੇ ਕੇ ਸਾਡੀ ਉਦੋਂ ਇੱਕ ਪੈਦਾਵਾਰ ਵਧਾ ਤਾਂ ਦਿੱਤੀ ਹੈ ਨਾ, ਉਦੋਂ ਬਹੁਤ ਵਾਧਾ ਆਇਆ, ਪਰ ਹੁਣ ਉਹ ਇੱਕ ਸਟੈਗਨੈਂਟ ਹੋ ਗਈ ਆ। ਬਿਲਕੁਲ। ਹੁਣ ਇਹਦੇ ਉੱਤੇ ਨਹੀਂ ਜਾ ਸਕਦੇ ਔਰ ਅਸੀਂ ਆਪਦੀ ਜ਼ਮੀਨ ਪਾਣੀ ਸਭ ਕੁਝ ਗੰਦਲਾ ਕਰਕੇ ਬਹਿ ਗਏ। ਬਿਲਕੁਲ, ਹੈ ਨਾ। ਤੁਸੀਂ এনवायरमेंटल ਇਕੋਲੋਜੀਕਲ ਲਿਟਰੇਸੀ ਵੀ ਨਹੀਂ ਰੱਖਦੇ, ਤੁਸੀਂ ਇਕਨੋਮੀ ਨੂੰ ਵੀ ਉੱਤੇ ਚੱਕਣਾ ਚਾਹੁੰਦੇ ਹੋ, ਤੁਸੀਂ ਕਿਸਾਨਾਂ ਤੇ ਵੀ ਗਲਬਾ ਪਾਉਣਾ ਚਾਹੁੰਦੇ ਹੋ, ਤੁਸੀਂ ਕਨਸਪੀਰੇਸੀਜ਼ ਥਿਊਰੀਜ਼ ਵੀ ਰਚਦੇ ਹੋ। ਤਾਂ ਇਹ ਗੱਲ ਆਏ ਆ ਵੀ ਲੋਕਾਂ ਦੇ ਹਿੱਤਾਂ ਨੂੰ ਮਾਰ ਕੇ, ਨੇਚਰ ਨੂੰ ਬਰਬਾਦ ਕਰਕੇ ਤੁਸੀਂ ਕਦੇ ਵੀ ਜੇ ਕਹੋ ਵੀ ਮੈਂ ਪੈਸਾ ਕਮਾ ਲਾਂ ਤੇ ਕਾਰਪੋਰੇਟ ਘਰਾਣਿਆਂ ਨੂੰ ਦੇ ਦਾਂ ਤੇ ਕਾਰਪੋਰੇਟ ਘਰਾਣੇ ਸਰਕਾਰਾਂ ਨੂੰ ਪਾਲ ਲੈਣ, ਇਹ ਤਾਂ ਬਹੁਤ ਗਲਤ ਨੀਤੀਆਂ। ਤਾਂ ਲੋਕ ਤਾਂ ਫਿਰ ਆਵਾਜ਼ ਚੱਕਣਗੇ ਹੀ ਚੱਕਣਗੇ, ਲੋਕਾਂ ਦੀ ਆਵਾਜ਼ ਚੱਕਣੀ ਬਣਦੀ ਹੈ। ਬਿਲਕੁਲ। ਬਾਈ ਜੀ ਤੁਸੀਂ ਹਰੀ ਕ੍ਰਾਂਤੀ ਦੀ ਗੱਲ ਕੀਤੀ, ਗ੍ਰੀਨ ਰੈਵੋਲੂਸ਼ਨ ਦੀ, ਕਿਤੇ ਨਾ ਕਿਤੇ ਇਹ ਗੱਲ ਤਾਂ ਹੁਣ ਸਪਸ਼ਟ ਹੋ ਗਈ ਹੈ ਕਿ ਗ੍ਰੀਨ ਰੈਵੋਲੂਸ਼ਨ ਨੇ ਸਾਡਾ ਪੰਜਾਬ ਬਰਬਾਦ ਕੀਤਾ। ਸਾਡੀ ਜਦੋਂ ਦੇਖੋ ਆਪਣੇ ਬਜ਼ੁਰਗ ਖੇਤੀ ਕਰਦੇ ਸੀ ਤਾਂ ਉਹ ਗੱਡਾ ਭਰ ਕੇ ਘਰ ਲੈ ਜਾਂਦੇ ਸੀ, ਲੋੜ ਉਹ ਆਪਣੇ ਲਈ ਖੇਤੀ ਕਰਦੇ ਸੀ। ਅੱਜ ਆਪਾਂ ਖੇਤੀ ਕਰਦੇ ਹਾਂ ਬਾਜ਼ਾਰ ਲਈ। ਸਾਨੂੰ ਕਿਹਾ ਗਿਆ ਤੁਸੀਂ ਪੈਸਟੀਸਾਈਡ ਪਾਓ, ਹੋਰ ਪਾਓ, ਤੇ ਉਹ ਪਾ ਕੇ ਅਸੀਂ ਧਰਤੀ ਆਪਣੀ ਬਰਬਾਦ ਕਰ ਲਈ। ਪੰਜਾਬ ਅਸੀਂ ਕੈਂਸਰ ਦੇ ਮੂੰਹ ਵਿੱਚ ਦੇਤਾ। ਬਾਕਾਇਦਾ ਪੰਜਾਬ ਤੋਂ ਕੈਂਸਰ ਟ੍ਰੇਨ ਚੱਲਦੀ ਹੈ। ਤੇ ਫਿਰ ਕਿਤੇ ਨਾ ਕਿਤੇ ਜਿਵੇਂ ਤੁਸੀਂ ਗੱਲ ਕੀਤੀ ਕਿ ਧਰਤੀ ਦੀ ਸਮਰੱਥਾ ਇਸ ਤੋਂ ਵੱਧ ਲੈ ਨਹੀਂ ਸਕਦੇ, ਇਹ ਕੈਮੀਕਲ ਮਾਡਲ ਹੀ ਸਾਡੀ ਇਹ ਹੋਣ ਦਿੰਦੇ ਕਿ ਖਤਰਾ, ਕਿਉਂਕਿ ਇਹਨੇ ਸਾਨੂੰ ਇੰਨਾ ਮਾਨਸਿਕ ਤੌਰ ਤੇ, ਇੰਨਾ ਸਰੀਰਕ ਤੌਰ ਤੇ, ਇੰਨਾ ਸਾਨੂੰ ਕਮਜ਼ੋਰ, ਇੰਨਾ ਨਸ਼ਟ ਕਰਤਾ ਕਿ ਅੱਜ ਅਸੀਂ ਇਸ ਪੜਾਅ 'ਤੇ ਆ ਕੇ ਖੜ੍ਹ ਗਏ ਹਾਂ। ਤੁਸੀਂ GDP ਦੀ ਗੱਲ ਕੀਤੀ, ਦੇਖੋ ਜਦੋਂ ਹੁਣ ਇਹ ਕਰੋਨਾ ਦਾ ਦੌਰ ਸੀ, ਸਾਰੇ ਸੈਕਟਰ ਬਾਈ ਸੈਕਟਰ ਥੱਲੇ ਗਏ, ਸਿਰਫ ਇੱਕ ਖੇਤੀ ਦੀ ਹੀ GDP ਸੀ ਜੋ ਪਲੱਸ ਦੇ ਵਿੱਚ ਰਹੀ ਹੈ। ਤਾਂ ਅੱਜ ਸਰਕਾਰਾਂ ਉਹਨੂੰ ਵੀ ਬਰਬਾਦ ਕਰਨ 'ਤੇ ਤੁਰ ਪਈਆਂ ਨੇ। ਤਾਂ ਜੇਕਰ ਇਹ ਸਰਕਾਰ ਮਤਲਬ ਬਾਈ ਜੀ ਲਾਗੂ ਵੀ ਹੋ ਜਾਂਦੇ ਨੇ,
ਸਰਕਾਰ ਪਿੱਛੇ ਨਹੀਂ ਹਟਦੀ ਹੈਗੀ। ਉਹ ਆਪਣੇ ਧੱਕੇ ਨਾਲ, ਜਿਵੇਂ ਸਰਕਾਰ ਦਾ ਕਹਿਣਾ ਕਿ ਇਹ ਇਤਿਹਾਸਿਕ ਫੈਸਲਾ ਅਸੀਂ ਵਾਪਸ ਨਹੀਂ ਕਰਾਂਗੇ, ਉਹ ਇਹਨੂੰ ਲਾਗੂ ਵੀ ਕਰ ਦਿੰਦੇ ਨੇ ਮੁਕੰਮਲ ਤੌਰ ਤੇ। ਤਾਂ ਫਿਰ ਅੱਗੇ ਜੋ ਤੁਸੀਂ ਸੰਘਰਸ਼ ਕਰ ਰਹੇ ਹੋ, ਕਿਸਾਨ ਜਥੇਬੰਦੀਆਂ ਹੋ ਗਈਆਂ, ਹੋਰ ਜਿਵੇਂ ਪੰਜਾਬ ਦੇ ਸੰਘਰਸ਼ ਕਰ ਰਹੇ ਨੇ, ਤਾਂ ਅੱਗੇ ਫਿਰ ਇਹ ਸੰਘਰਸ਼ ਕਿਸ ਰੂਪ ਦੇ ਵਿੱਚ ਲੜਿਆ ਜਾਵੇਗਾ? ਦੇਖੋ, ਇੰਡੀਅਨ ਸਟੇਟ ਨਾਲ ਲੜਨਾ ਕੋਈ ਖਾਲਾ ਜੀ ਦਾ ਵਾੜਾ ਤਾਂ ਹੈ ਨਹੀਂ। ਸਾਨੂੰ ਤਰੀਕਾ ਸਲੀਕਾ ਲੱਭਣਾ ਪੈਣਾ, ਸਟ੍ਰੈਟਜੀਜ਼ ਬਣਾਉਣੀਆਂ ਪੈਣੀਆਂ। ਮੈਂ ਆਪਦੇ ਤੌਰ ਤੇ ਇੰਟੈਲੈਕਚੁਅਲ ਵਰਗ ਨਾਲ ਗੱਲ ਕਰਕੇ ਇਹਦੇ ਤੇ ਮੰਥਨ ਵੀ ਚੱਲ ਰਿਹਾ ਪੂਰਾ ਜੀ, ਹਨਾ। ਪਰ ਐਟ ਦ ਸੇਮ ਟਾਈਮ ਮੰਨ ਲਓ ਸਰਕਾਰ, ਇਹ ਤਾਂ ਲੈਜਿਸਲੇਸ਼ਨ ਬਣ ਗਈ, ਲਾਅ ਬਣ ਗਏ, ਕਾਨੂੰਨ ਬਣਾਤੇ ਉਹਨਾਂ ਨੇ, ਕੱਲ ਨੂੰ ਇਹਦੀ ਇੰਪਲੀਮੈਂਟੇਸ਼ਨ ਜਿਹੜੀ ਉਹ ਸ਼ੁਰੂ ਹੋ ਜਾਣੀ ਹੈ ਜੀ। ਹੁਣ ਅਸੀਂ ਪ੍ਰੋਟੈਕਟ ਕਿਵੇਂ ਕਰਨਾ? ਅਸੀਂ ਰਾਜ ਦਾ, ਜਿਹੜੀ ਸਾਡੀ ਰਾਜਾਂ ਦੀਆਂ ਸਰਕਾਰਾਂ ਜਾਂ ਸਾਡੀ ਸਟੇਟ ਗਵਰਨਮੈਂਟ ਆ, ਉਹਨੂੰ ਕਹੀਏ ਵੀ ਫਾਰਮਰਸ ਨੂੰ ਪ੍ਰੋਟੈਕਟ ਕਰੋ, ਲੈਂਡ ਲਾਜ਼ ਆ ਜਿਹੜੇ ਉਹ ਸਖਤ ਕਰੋ। ਫਾਰਮਰ ਦੀ ਡੈਫੀਨੇਸ਼ਨ ਕੀ ਹੈ ਪੰਜਾਬ 'ਚ? ਕੋਈ ਬਾਹਰਲਾ ਬੰਦਾ ਆ ਕੇ ਇੱਥੇ ਜ਼ਮੀਨ ਨਾ ਖਰੀਦ ਸਕੇ, ਜਿਵੇਂ ਹਿਮਾਚਲ 'ਚ, ਜਿਵੇਂ ਉੱਤਰਾਂਚਲ 'ਚ, ਹਨਾ। ਐਂ ਸਾਡੇ ਲੈਂਡ ਲਾਜ਼ ਵੀ ਬਹੁਤ ਸਟ੍ਰਿਕਟ ਹੋਣ ਤਾਂ ਕਿ ਫਾਰਮਰਸ ਐਕਸਪਲੋਇਟ ਨਾ ਹੋਣ। ਇਸੇ ਤਰ੍ਹਾਂ ਜਿਹੜੀ FCI ਐਕਟ ਆ, ਉਹਦੇ 'ਚ ਸੁਧਾਰ ਹੋਵੇ। ਜਿਹੜਾ FCI ਮੋਰ ਤੁਸੀਂ ਸਟੇਟ ਸਪੈਸੀਫਿਕ ਕਰ ਦਿਓ, ਸਟੇਟ ਉਹਨੂੰ ਕੰਟਰੋਲ ਕਰੇ, ਤਾਂ ਕਿ ਉਹ ਸੁਪਰਵਾਈਜ਼ਰੀ ਬੋਡੀ ਦੀ ਤਰ੍ਹਾਂ ਐਕਟ ਕਰਕੇ ਇਹਨਾਂ ਕਾਰਪੋਰੇਟ ਕਲਚਰ ਨੂੰ, ਇਹ ਕਾਰਪੋਰੇਟ ਘਰਾਣਿਆਂ ਦੇ ਉੱਤੇ ਇੱਕ ਸੁਪਰਵਾਈਜ਼ਰੀ ਬੋਡੀ ਹੋਵੇ ਜਿਹੜੀ ਕਿਸਾਨਾਂ ਨੂੰ ਪ੍ਰੋਟੈਕਟ ਕਰੇ। ਅਗਲਾ ਮਾਡਲ ਇੱਕ ਅਮੂਲ ਦਾ ਮਾਡਲ ਆ। ਜਿਹੜੇ ਅਮੂਲ ਜਿਹੜੀ ਇੱਕ ਆਪਣੀ ਕੰਪਨੀ ਆ, ਉਹਨੂੰ ਫਾਰਮਰਸ ਕੰਟਰੋਲ ਕਰਦੇ ਆ। ਜਿਹੜਾ ਮੈਨੂਫੈਕਚਰਰ ਆ ਜਾਂ ਕਿਸਾਨ ਆ, ਉਹ ਦੁੱਧ ਪੈਦਾ ਕਰਕੇ ਉੱਥੇ ਦਿੰਦੇ ਆ, ਉਦੋਂ ਬਾਅਦ ਉਹ ਮੈਨੂਫੈਕਚਰ ਕਰਕੇ ਉਹਦੇ ਬਾਏ ਪ੍ਰੋਡਕਟਸ ਬਣਾ ਕੇ ਦੁੱਧ ਦੇ, ਹਨਾ, ਉਹ ਵੇਚਦੇ ਆ। ਤੇ ਉਹ ਇੱਕ ਕੋਆਪਰੇਟਿਵ ਸੁਸਾਇਟੀਜ਼ ਕੰਟਰੋਲ ਕਰਦੀਆਂ ਉਹਨੂੰ, ਜਿਹੜੀਆਂ ਕਿ ਕਿਸਾਨਾਂ ਦੇ ਕੰਟਰੋਲ 'ਚ ਆ। ਤੇ ਸਾਨੂੰ ਵੀ ਕੁਝ ਪੰਜਾਬ 'ਚ ਇਹੋ ਜਿਹਾ ਕੁਝ ਕਰਨਾ ਪਊਗਾ ਤਾਂ ਕਿ ਕਿਸਾਨਾਂ ਨੂੰ ਅਸੀਂ ਪ੍ਰੋਟੈਕਟ ਕਿਵੇਂ ਕਰਨਾ, ਕਿਉਂਕਿ ਇਹ ਇੱਕ ਇਹੋ ਜਿਹੀ ਇਕੋਨਮੀ ਦਾ ਪਾਰਟ ਆ। ਇੰਡਸਟਰੀ ਐਗਰੀਕਲਚਰਲ ਜਾਂ ਐਗਰੀਰੀਅਨ ਮਾਡਲ ਇੱਕ ਇਹੋ ਜਿਹਾ ਮਾਡਲ ਆ ਜਿਹਨੂੰ ਸਬਸਿਡੀ ਦਿੱਤੇ ਬਿਨਾਂ ਤੁਸੀਂ ਸਰਵਾਈਵ ਨਹੀਂ ਕਰਾ ਸਕਦੇ। ਸੋ ਇਹਦੇ ਲਈ ਪ੍ਰੋਟੈਕਟਿਵ ਜਿਹੜੇ ਮੈਜਰਸ ਹੋਣੇ ਚਾਹੀਦੇ ਆ, ਬਹੁਤ ਸਟ੍ਰਿਕਟ ਹੋਣੇ ਚਾਹੀਦੇ ਆ। ਬਾਈ ਜੀ, ਤੁਸੀਂ FCI ਦੀ ਗੱਲ ਕੀਤੀ, ਸ਼ਾਂਤਾ ਕੁਮਾਰ ਕਮੇਟੀ ਬਣਾਈ ਸੀ ਇੱਕ, ਉਹਨੇ ਰਿਪੋਰਟ ਕੀਤੀ ਸੀ BJP ਸਰਕਾਰ ਨੂੰ ਕਿ FCI ਭੰਗ ਕਰ ਦਿਓ। ਇਹ ਇੱਕ ਚਿੱਟਾ ਹਾਥੀ ਹੈ, ਦੇਸ਼ ਦੇ ਵਿੱਚ ਬੜਾ ਵੱਡਾ ਘੁਟਾਲਾ FCI ਥਰੂ ਹੁੰਦਾ। ਇੱਕ FCI ਪੁਆਇੰਟ ਹੋ ਗਿਆ। ਦੂਜਾ, ਨਿਤਿਨ ਗਡਕਰੀ ਨੇ MSP ਦੇ ਬਿਆਨ ਦਿੱਤਾ ਸੀ, ਭਾਵੇਂ ਉਹ ਬਦਲ ਗਏ ਸੀ। ਤੁਸੀਂ ਕਿਵੇਂ ਦੇਖਦੇ ਹੋ ਕਿ ਕਿਤੇ ਨਾ ਕਿਤੇ ਇਹ ਪਲੈਨਿੰਗ ਇਹ ਸਰਕਾਰ ਦੀ ਵੀ ਬੜੇ ਵੱਡੇ ਪੱਧਰ ਤੇ ਚੱਲੀ ਆ ਰਹੀ ਹੈ? ਜੀ, ਦੇਖੋ ਗੱਲ ਆਏ ਆ, ਚਾਹੇ APMC ਐਕਟ ਹੋਵੇ, ਚਾਹੇ FCI ਐਕਟ ਹੋਵੇ, ਉਹਦੇ 'ਚ ਬਹੁਤ ਵੱਡੇ ਸੁਧਾਰਾਂ ਦੀ ਜ਼ਰੂਰਤ ਆ। ਉਹਨੂੰ ਸੈਂਟਰ ਸਪੈਸੀਫਿਕ ਨਹੀਂ ਹੋਣਾ ਚਾਹੀਦਾ, ਉਹਨੂੰ ਲੋਕਲਾਈਜ਼ਡ ਜਾਂ ਸਟੇਟ ਸਪੈਸੀਫਿਕ ਹੋਣਾ ਚਾਹੀਦਾ। ਸਟੇਟ ਜਿਹੜੀ ਡਿਵੈਲਪਮੈਂਟ ਆ ਨਾ, ਉਹ ਹਮੇਸ਼ਾ ਹੀ ਲੋਕਲਾਈਜ਼ਡ ਹੋਣੀ ਚਾਹੀਦੀ ਆ ਜੀ, ਉਹ ਸੈਂਟਰਲਾਈਜ਼ਡ ਨਹੀਂ ਹੋਣੀ ਚਾਹੀਦੀ। ਕਿਉਂਕਿ ਸੈਂਟਰ ਨੂੰ ਨਹੀਂ ਪਤਾ ਸਾਡੀ ਡਿਵੈਲਪਮੈਂਟ ਇਸ ਧਰਤੀ ਦੇ ਨਾਲ ਜੁੜੀ ਹੋਈਆਂ ਸਾਡੇ ਮਸਲੇ ਕੀ ਆ, ਉਹ ਹੱਲ ਕਿਵੇਂ ਹੋਣੇ ਚਾਹੀਦੇ ਆ, ਸਾਡੀ ਡਿਵੈਲਪਮੈਂਟ ਕਿਵੇਂ ਹੋਣੀ ਚਾਹੀਦੀ ਹੈ, ਸਾਨੂੰ ਪਤਾ। ਇੱਥੋਂ ਦੇ ਬਸ਼ਿੰਦਿਆਂ ਨੂੰ, ਇੱਥੇ ਬੈਠੀਆਂ ਜਿਹੜੇ ਲੋਕ ਆ, ਉਹਨਾਂ ਨੂੰ ਪਤਾ। ਉਹਨਾਂ ਨੇ ਆਪਦੇ ਆਸਾ ਪਾਸਾ ਵੀ ਦੇਖਣਾ, ਉਹਨਾਂ ਨੇ এনवायरमेंट ਨੂੰ ਵੀ ਦੇਖਣਾ, ਉਹਨਾਂ ਨੇ ਉਸ ਤਰ੍ਹਾਂ ਇੱਥੇ ਸੋਧਾਂ ਲੈ ਕੇ ਆਉਣੀਆਂ ਜਿਹੜੀਆਂ ਲੋਕਾਂ 'ਚ ਵੀ ਸਹੀ ਜਾਣ, ਜਿਹੜੀਆਂ এনवायरमेंटਲ ਵਾਈਜ਼ ਵੀ ਸਹੀ ਹੋਣ। ਸੈਂਟਰ ਨੇ ਤਾਂ ਆਪਦੇ ਅਕੋਰਡਿੰਗਲੀ ਆਪਦੀਆਂ ਜਿਹੜੀਆਂ ਨੀਤੀਆਂ ਜਿਹੜੀਆਂ ਉਹਨਾਂ ਨੂੰ ਸਹੀ ਲੱਗਦੀਆਂ, ਜਿਹੜੀਆਂ ਉੱਥੇ ਬੈਠੀ ਹੁਕਮਰਾਨ ਧਿਰ ਦੇ ਹਿੱਤ 'ਚ ਭੁਗਤਦੀਆਂ, ਉਹ ਨੀਤੀਆਂ ਘੜ ਦੇਣੀਆਂ। ਤੇ ਇਸ ਕਰਕੇ ਇਹ ਇੱਕ ਬੈਲੈਂਸ ਆ ਜਿਹੜਾ ਉਹ ਕਦੇ ਬਣ ਵੀ ਨਹੀਂ ਸਕਦਾ। ਜੀ ਬਾਈ ਜੀ, ਚਲੋ ਆਰਡੀਨੈਂਸ ਤਾਂ ਇਹ ਸਰਕਾਰ ਧੱਕੇ ਨਾਲ ਪਾਸ ਕਰ ਰਹੀ ਹੈ। ਤੁਹਾਨੂੰ ਲੱਗਦਾ ਹੈਗਾ ਕਿ ਇਹ ਜੋ ਸਟੇਟ ਸਬਜੈਕਟ ਹੈ, ਆਪਣਾ ਖੇਤੀ ਇੱਕ ਸਟੇਟ ਸਬਜੈਕਟ ਹੈ, ਕਿਤੇ ਨਾ ਕਿਤੇ ਕੇਂਦਰ ਇਹਨਾਂ ਧੱਕੇ ਨਾਲ ਜਿਹੜੇ ਰਾਜਾਂ ਦੇ ਅਧਿਕਾਰ ਨੇ ਉਹਨੂੰ ਕੇਂਦਰ ਦੇ ਅੰਡਰ ਕਰਨਾ ਚਾਹੁੰਦੀ ਹੈ, ਦਿੱਲੀ ਦੇ ਅੰਡਰ ਕਰਨਾ ਚਾਹੁੰਦੀ ਹੈ? ਜਦੋਂ ਆਨੰਦਪੁਰ ਦਾ ਮਤਾ ਆਇਆ ਸੀ, ਉਹਦੇ ਵਿੱਚ ਵੀ ਇਹ ਸੀ ਕਿ ਫਸਲਾਂ ਦਾ ਮੁੱਲ ਪੰਜਾਬ ਹੀ ਤੈਅ ਕਰੇ, ਤਾਂ 84 ਵਾਪਰੇ ਸੀ ਉਸ ਤੋਂ ਬਾਅਦ। ਤਾਂ ਇਹ ਫਿਰ ਹੱਲ ਕੀ ਹੈ ਜੇਕਰ ਸਾਰੇ ਅਧਿਕਾਰ, ਚਾਹੇ ਪਾਣੀਆਂ ਦਾ ਹੋਵੇ, ਆਪਣਾ ਰਾਈਪੇਰੀਅਨ ਸਟੇਟ ਹੈ ਇਹ, ਤਾਂ ਫਿਰ ਉਹ ਧੱਕੇ ਨਾਲ ਉਦੋਂ ਸਾਡੇ ਪਾਣੀ ਲੁੱਟ ਕੇ ਲੈ ਗਏ ਤੇ ਹੁਣ ਸਾਡੇ ਪੰਜਾਬ ਦੀ ਜ਼ਮੀਨ 'ਤੇ ਹਮਲਾ। ਤੁਹਾਨੂੰ ਲੱਗਦਾ ਫਿਰ ਇਹ ਹੌਲੀ ਹੌਲੀ ਕਰਕੇ ਸਭ ਆਪਣੇ ਅਧੀਨ ਕਰ ਲੈਣਗੇ ਰਾਜਾਂ ਨੂੰ? ਨਹੀਂ, ਗੱਲ ਤਾਂ ਉਹੀ ਹੈ ਨਾ। ਹੁਣ ਸਾਰਾ ਕੁਝ ਬਾਈ, ਇਹ ਪ੍ਰੋਬਲਮ ਕਿੱਥੇ ਹੋ ਰਹੀ ਹੈ? ਫੈਡਰਲ ਸਟਰਕਚਰ ਇੱਕ ਨਾਂ ਦਾ ਸਟਰਕਚਰ ਆ। ਬਿਲਕੁਲ। ਡੈਮੋਕ੍ਰੇਸੀ ਇੱਕ ਨਾਂ ਦੀ ਡੈਮੋਕ੍ਰੇਸੀ ਰਹਿ ਗਈ, ਹੈ ਨਾ। ਸਭ ਕੁਝ ਤਾਂ ਹੁਣ ਸੈਂਟਰ ਕੋਲੇ ਚਲਾ ਗਿਆ ਜੀ, ਸਟੇਟ ਕੋਲੇ ਰਹਿ ਹੀ ਕੁਛ ਨਹੀਂ ਗਿਆ।
ਤੁਸੀਂ ਇਹ ਦੇਖ ਲਓ, ਐਜੂਕੇਸ਼ਨ ਤੋਂ ਲੈ ਕੇ ਜਿੱਥੇ ਜਿੱਥੇ ਕੋਈ ਰੈਵਨਿਊ ਜਨਰੇਟਡ ਮਾਡਲ ਆ ਸਟੇਟ ਦੇ, ਜਿੱਥੋਂ ਰੈਵਨਿਊ ਆਉਂਦਾ ਜੀ ਉਹ ਸਾਰਾ ਸੈਂਟਰ ਕੋਲੇ ਆ, ਉਹ ਸਾਰਾ ਜੀ। ਡਿਪਾਰਟਮੈਂਟਸ ਜਿੱਥੇ ਖਰਚ ਕਰਨੇ ਆ ਉਹ ਸਾਰੇ ਸਟੇਟ ਕੋਲੇ ਆ। ਜੀ ਚਾਹੁੰਦੇ ਕੀ ਆ ਇਹ ਵੀ ਸਟੇਟ ਐਡਾ ਜ਼ਿਆਦਾ ਸਟਰੋਂਗ ਹੋਵੇ, ਐਡਾ ਜ਼ਿਆਦਾ ਸਟਰੋਂਗ ਵੀ ਸਾਰੇ ਰਾਜ ਉਹ ਤੋਂ ਬਿਨਾਂ ਹਿੱਲ ਨਾ ਸਕਣ, ਤੇ ਜੋ ਹੁਕਮਰਾਨ ਧਿਰ ਸੈਂਟਰ 'ਚ ਬੈਠੀ ਇੱਕ ਬਹੁਮਤ ਧਿਰ ਆ, ਜਿਹੜੀ ਬਹੁਮਤ ਨੂੰ ਰਿਪਰੈਜ਼ੈਂਟ ਕਰਦੀ ਆ, ਬਹੁ ਗਿਣਤੀ ਨੂੰ ਰਿਪਰੈਜ਼ੈਂਟ ਕਰਦੀ ਆ, ਉਹ ਬਹੁ ਗਿਣਤੀ ਜੋ ਚਾਹੇ ਉਹੀ ਹੋਵੇ ਤੇ ਘੱਟ ਗਿਣਤੀਆਂ ਨੂੰ ਇਹ ਆਪਦੇ ਗਲ ਵਿੱਚ ਲੈ ਲੈਣ। ਸੋ ਜੇ ਇਹਨੂੰ ਅਸੀਂ ਸਟੇਟ ਸੈਂਟਰ ਰਿਲੇਸ਼ਨਸ਼ਿਪ ਨੂੰ ਸਮਝਾਂਗੇ ਨਾ, ਤਾਂ ਇਹ ਇੱਕ ਬਹੁਤ ਵੱਡੀ ਤਾਕਤ ਨੂੰ ਸੈਂਟਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜੋ ਕਿ ਬਹੁਤ ਸਮੇਂ ਤੋਂ ਚੱਲ ਰਹੀ ਆ ਔਰ ਹੋ ਰਹੀ ਆ, ਔਰ ਉਹਦੇ ਖਿਲਾਫ ਕੋਈ ਬੋਲ ਨਹੀਂ ਰਿਹਾ। ਸਾਊਥ ਵਾਲੇ ਸਟੇਟ ਬੋਲਦੇ ਹੁੰਦੇ ਸੀ, ਅਸੀਂ ਕਦੇ ਸਾਥ ਨਹੀਂ ਦਿੰਦੇ ਸੀ, ਹੁਣ ਅਸੀਂ ਬੋਲਦੇ ਹਾਂ, ਹੁਣ ਉਹ ਸਾਥ ਨਹੀਂ ਦੇ ਰਹੇ। ਨਹੀਂ, ਹੱਲ ਇਹ ਆ ਵੀ ਆਪਦਾ ਇੰਟੈਲੈਕਚੁਅਲ ਵਰਕ ਆ ਨਾ ਜਿਹੜਾ ਸਾਡਾ, ਉਹ ਸਾਡੇ ਨਾਲ ਚੱਲੇ। ਜਦੋਂ ਤੱਕ ਸਾਡਾ ਇੰਟੈਲੈਕਚੁਅਲ ਵਰਕ ਸਾਡੇ ਨਾਲ ਨਹੀਂ ਚੱਲੂਗਾ, ਜਦੋਂ ਤੱਕ ਰਣਨੀਤੀ ਬਣਾਉਣ ਵਾਲੀ, ਵਿਉਂਤਬੰਦੀ ਘੜਨ ਵਾਲੀ ਇੱਕ ਟੀਮ ਵੱਖਰੀ ਨਹੀਂ ਹੋਊਗੀ, ਜਿਨ੍ਹਾਂ ਨੇ ਬਿਰਤਾਂਤ ਰਚਨਾ, ਜਿਨ੍ਹਾਂ ਨੇ ਸਾਡਾ ਨੈਰੇਟਿਵ ਰਚਨਾ, ਉਹ ਨੈਰੇਟਿਵ ਰਚਨਾ ਲੜਾਈ 'ਚੋਂ ਨਿਕਲਦਾ ਕੀ ਹੁੰਦਾ? ਬਿਰਤਾਂਤ ਹੀ ਨਿਕਲਦਾ ਹੁੰਦਾ, ਇਤਿਹਾਸ ਲਿਖੇ ਜਾਂਦੇ ਹੁੰਦੇ ਆ, ਉਹ ਬਿਰਤਾਂਤ ਆ, ਉਹ ਇੱਕ ਸੋਚ ਆ, ਸੋਚ ਲੋਕਾਂ 'ਚ ਵੰਡੀ ਜਾਂਦੀ ਹੁੰਦੀ ਆ। ਜਦੋਂ ਤੱਕ ਉਹ ਲੋਕਾਂ 'ਚ ਸੋਚ ਨਹੀਂ ਵੰਡੋਗੇ ਤੇ ਲੋਕ ਉਹਨੂੰ ਐਕਸੈਪਟ ਨਹੀਂ ਕਰਨਗੇ, ਤੁਸੀਂ ਲੜਾਈ ਨਹੀਂ ਜਿੱਤ ਸਕਦੇ। ਇਸ ਕਰਕੇ ਤੁਸੀਂ ਆਪਦਾ ਬਿਰਤਾਂਤ, ਸਾਨੂੰ ਆਪਦਾ ਬਿਰਤਾਂਤ ਰਚਨਾ ਸਿੱਖਣਾ ਚਾਹੀਦਾ, ਹੁਣ ਆਉਣਾ ਚਾਹੀਦਾ। ਇੱਕ ਨੈਰੇਟਿਵਸ ਅਸੀਂ ਸਿਰਜੀਏ ਜਿਹੜੇ ਲੋਕਾਂ ਤੱਕ ਪਹੁੰਚੇ, ਲੋਕ ਉਹਨੂੰ ਆਪਦੇ ਆਪ 'ਚ ਅਪਣਾਉਣ ਤੇ ਉਸ ਤੋਂ ਬਾਅਦ ਹੀ ਹੱਲ ਨਿਕਲ। ਜੀ, ਇੱਕ ਕਿਤੇ ਨਾ ਕਿਤੇ ਇਹੀ ਹੋ ਜਾ ਆਪਣੀ ਆਉਣ ਵਾਲੀ ਜਨਰੇਸ਼ਨ, ਆਉਣ ਵਾਲੀ ਪੀੜ੍ਹੀ ਹੈ, ਉਹਨਾਂ ਦਾ ਮਾਈਂਡ ਲਿਟਰੇਰੀ ਮਾਈਂਡ ਹੋਵੇ, ਉਹਨਾਂ ਨੂੰ ਕਿਤਾਬਾਂ ਨਾਲ ਜੋੜਿਆ ਜਾਵੇ, ਉਹਨੂੰ ਸਮਝਾਇਆ ਜਾਵੇ। ਦੇਖੋ, ਜਦੋਂ ਇਨਸਾਨ ਸਾਹਿਤ ਨਾਲ ਜੁੜ ਗਿਆ, ਉਹਨੂੰ ਆਪਣੇ ਆਪ ਸਮਝ ਪੈ ਜਾਂਦੀ ਹੈ ਕਿ ਸਾਡੇ ਨਾਲ ਵਾਪਰ ਕੀ ਰਿਹਾ, ਦੱਸਣ ਦੀ ਲੋੜ ਨਹੀਂ ਰਹਿੰਦੀ ਹੈਗੀ। ਦੂਜਾ ਬਾਈ ਜੀ, ਤੁਸੀਂ ਸਾਨੂੰ ਦੱਸੋ, ਜੋ ਸ਼ੰਭੂ ਧਰਨਾ ਤੁਸੀਂ ਕੱਲ੍ਹ ਤੋਂ ਸ਼ੁਰੂ ਕਰਨ ਜਾ ਰਹੇ ਹੋ, ਉਹਦੀ ਰੂਪਰੇਖਾ ਕੀ ਹੋਵੇਗੀ? ਸ਼ੰਭੂ ਜਿਹੜਾ ਅਸੀਂ ਧਰਨਾ ਲਾ ਰਹੇ ਹਾਂ ਜੀ, ਉਹ ਇੱਕ ਇਹੋ ਜਿਹਾ ਮੰਚ ਆ ਜਿੱਥੇ ਵਿਚਾਰਾਂ ਦੇ ਵਖਰੇਵੇਂ ਹੋਣਗੇ, ਹਰ ਤਰ੍ਹਾਂ ਦਾ ਬੰਦਾ ਆ ਕੇ ਆਪਦਾ ਵਿਚਾਰ ਰੱਖ ਸਕਦਾ। ਅਸੀਂ ਇੱਕ ਸੰਵਾਦ ਰਚਣ ਜਾ ਰਹੇ ਹਾਂ, ਔਰ ਉਹ ਇੱਕ ਬਿਰਤਾਂਤ ਵੀ ਰਚ ਰਹੇ ਹਾਂ ਦਿੱਲੀ ਨਾਲ ਜਾਂ ਉਹ ਸਟੇਟ ਨਾਲ, ਇੰਡੀਅਨ ਸਟੇਟ ਨਾਲ ਗੱਲ ਕਰਨ ਵਾਸਤੇ। ਇੱਕ ਪਾਸੇ ਕਿਸਾਨ ਜਥੇਬੰਦੀਆਂ ਆਪਦਾ ਸੰਘਰਸ਼ ਜਾਰੀ ਰੱਖ ਰਹੀਆਂ, ਅਸੀਂ ਉਹਨਾਂ ਦੇ ਨਾਲ ਵੀ ਹਾਂ, ਪਰ ਅਸੀਂ ਇਹ ਵੀ ਕਹਿੰਦੇ ਹਾਂ ਇਕੱਲੀ MSP ਦੀ ਲੜਾਈ ਨਹੀਂ ਆ, ਮਸਲੇ ਹੋਰ ਬਹੁਤ ਆ ਪੰਜਾਬ ਦੇ। ਬਿਲਕੁਲ, ਇਹ ਤਾਂ ਪੰਜਾਬ ਦੀ ਹੋਣ ਦੀ ਲੜਾਈ ਹੈ। ਬਿਲਕੁਲ। ਸੋ ਆਓ ਵਿਚਾਰੀਏ ਤਾਂ ਸਹੀ, ਆਓ ਗੱਲ ਤਾਂ ਕਰੀਏ, ਆਓ ਵਿਚਾਰਾਂ ਦੇ ਵਖਰੇਵਿਆਂ ਨੂੰ ਮਾਣ ਸਨਮਾਨ ਤਾਂ ਦਈਏ, ਆਓ ਅਸੀਂ ਕੋਈ ਗੱਲ ਸਮਝ ਕੇ ਉਹਨੂੰ ਇੱਜ਼ਤ ਦੇ ਕੇ ਅੱਗੇ ਤਾਂ ਵਧਾਈਏ। ਸੋ ਇਹੀ ਸਾਡਾ ਉੱਥੋਂ ਦਾ ਜਿਹੜਾ ਪੂਰਾ ਸ਼ੰਭੂ ਧਰਨੇ ਦਾ ਮੰਤਵ ਇਹੀ ਹੈ। ਧੰਨਵਾਦ ਬਾਈ ਜੀ, ਤੁਸੀਂ ਸਾਡੇ ਨਾਲ ਚੈਨਲ ਪੰਜਾਬੀ ਗਲੋਬਲ ਪੰਜਾਬ ਤੇ ਬਣੇ ਹੋਏ ਸੀ। ਇਹ ਸਾਡੇ ਨਾਲ ਬਾਈ ਦੀਪ ਸਿੱਧੂ, ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਆਰਡੀਨੈਂਸ ਜੋ ਪਾਸ ਕੀਤੇ ਨੇ, ਇਹ ਪੰਜਾਬ ਲਈ ਮਾਰੂ ਸਾਬਤ ਹੋਣਗੇ। ਤੇ ਕੱਲ੍ਹ ਜੋ 4 ਅਕਤੂਬਰ ਤੋਂ ਧਰਨਾ ਸ਼ੁਰੂ ਕੀਤਾ ਜਾ ਰਿਹਾ ਹੈ ਸ਼ੰਭੂ, ਇਹ ਧਰਨਾ ਅਣਮਿੱਥੇ ਸਮੇਂ ਲਈ ਲਗਾਇਆ ਜਾ ਰਿਹਾ ਹੈ। ਦੂਜੇ ਪਾਸੇ ਕੇਂਦਰ ਸਰਕਾਰ ਵਜੀਦ ਹੈ, ਆਪਣੇ ਕਾਨੂੰਨ, ਆਪਣੇ ਆਰਡੀਨੈਂਸ ਵਾਪਸ ਨਹੀਂ ਲੈ ਰਹੇ ਵਾਪਸ। ਉਹਨਾਂ ਦਾ ਕਹਿਣਾ ਹੈ ਕਿ ਜੋ ਸਾਡੇ ਫੈਸਲੇ ਨੇ, ਇਤਿਹਾਸਿਕ ਫੈਸਲੇ ਨੇ, ਦੇਖਣ ਵਾਲਾ ਹੋਵੇਗਾ ਕਿ ਪੰਜਾਬ ਤੇ ਦਿੱਲੀ ਦੇ ਵਿਚਕਾਰ ਜੋ ਇਹ ਫਾਸਲਾ ਇੱਕ ਬਣਿਆ ਹੋਇਆ ਹੈ, ਇਹ ਕਦੋਂ ਤੱਕ ਮਿਟਿਆ ਜਾਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਕਿਸ ਪਾਸੇ ਵੱਲ ਜਾਵੇਗਾ। ਤੁਸੀਂ ਬਣੇ ਰਹੋ ਸਾਡੇ ਨਾਲ ਚੈਨਲ ਪੰਜਾਬੀ ਗਲੋਬਲ ਪੰਜਾਬ ਤੇ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।